ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਅੱਜ ਨੈੱਟ ਦੀ ਇੱਕ ਹੋਰ ਕਲਾਸ ਦੇ ਵਿੱਚ, ਜਿਸ ਦੇ ਵਿੱਚ ਆਪਾਂ ਕੁਛ ਕੁਐਸਚਨਾਂ ਦੇ ਆਨਸਰ ਕਰਾਂਗੇ, ਜਿਸ ਦੇ ਨਾਲ ਤੁਹਾਨੂੰ ਅੰਦਾਜ਼ਾ ਹੋ ਜਾਏਗਾ ਕਿ ਜੋ ਨੈੱਟ ਦੇ ਵਿੱਚ ਪੇਪਰ ਆਉਂਦੇ ਨੇ ਉਹਨਾਂ ਦੇ ਕੁਐਸਚਨ ਕਿਸ ਤਰ੍ਹਾਂ ਦੇ ਹੁੰਦੇ ਨੇ, ਆਨਸਰ ਕਿਸ ਤਰ੍ਹਾਂ ਦੇ ਹੁੰਦੇ ਨੇ, ਤਾਂ ਆਪਾਂ ਸਹੀ ਆਨਸਰ ਤੱਕ ਕਿਸ ਤਰ੍ਹਾਂ ਪਹੁੰਚ ਸਕਦੇ ਹਾਂ। ਜੇ ਤੁਹਾਨੂੰ ਕੁਛ ਥੋੜ੍ਹਾ ਬਹੁਤਾ ਆਈਡੀਆ ਹੈ, ਉਸ ਦੇ ਨਾਲ ਆਪਾਂ ਨੂੰ ਅੰਦਾਜ਼ਾ ਕਿਸ ਤਰ੍ਹਾਂ ਲੱਗ ਜਾਂਦਾ ਕਿਹੜੇ ਆਨਸਰ ਆਪਣਾ ਸਹੀ ਹੈ ਕਿਹੜਾ ਨਹੀਂ ਹੈ। ਤਾਂ ਇਹਦੇ ਲਈ ਤੁਸੀਂ ਵੀਡੀਓ ਨੂੰ ਧਿਆਨ ਨਾਲ ਦੇਖੋ ਅਤੇ ਕੁਐਸਚਨ ਆਨਸਰ ਆਪਾਂ ਸਟਾਰਟ ਕਰਦੇ ਹਾਂ ਜੀ। ਫਸਟ ਕੁਐਸਚਨ ਦੀ ਆਪਾਂ ਗੱਲ ਕਰੀਏ, ਅੱਜ ਦਾ ਪਹਿਲਾ ਕੁਐਸਚਨ ਹੈਗਾ ਜੀ, ਪੰਜਾਬੀ ਜੋ ਪੂਰਬੀ ਪੰਜਾਬੀ ਦੇ ਵਿੱਚ ਸੁਰ ਹੈ ਜੀ, ਕਿਉਂਕਿ ਉਹਨਾਂ ਨੇ ਦੱਸਿਆ ਕਾਹਦੇ ਕਰਕੇ ਹੈ ਜੀ। ਉਹਦਾ ਸਰੋਤ ਭਾਰਤੀ ਆਰੀਅਨ ਹੈ, ਚਾਹੇ ਉਸਦਾ ਸਰੋਤ ਵੈਦਿਕ ਹੈ ਜਾਂ ਸਫੋਦੀ ਹੈ, ਜੋ ਉਹ ਧੁਨਾਂ ਹਨ, ਜਾਂ ਕਹਿ ਸਕਦੇ ਹਾਂ ਜੀ ਆਕੋਸ਼, ਉਦੋਂ ਬਾਅਦ ਮਹਾਂਪੁਰਾਣ ਧੁਨੀਆਂ ਨੇ। ਇਹਦੇ ਵਿੱਚੋਂ ਤੁਸੀਂ ਆਨਸਰ ਸਹੀ ਦੇਣਾ ਜੀ। ਇਹਦਾ ਆਨਸਰ ਕੀ ਹੋ ਸਕਦਾ ਗਾ। ਤਾਂ ਇਸਦੇ ਆਪਾਂ ਆਨਸਰ ਦੀ ਗੱਲ ਕਰੀਏ ਤਾਂ ਇਹਦੇ ਵਿੱਚੋਂ ਜਿਹੜਾ ਸਹੀ ਆਨਸਰ ਹੈ, ਇਸ ਦਾ ਜੋ ਧੁਨੀਆਂ ਦੀ ਗੱਲ ਕੀਤੀ ਗਈ ਹੈ, ਸੁਰ ਦੀ ਗੱਲ ਕਰਦੇ ਆ, ਉਹ ਸਫੋਦੀ ਧੁਨੀਆਂ ਨੂੰ ਮੰਨਿਆ ਗਿਆ ਗਾ। ਨਾਸਕ, ਜੋ ਨਾਸਕਤਾ ਹੁੰਦੀ ਹੈ ਜੀ, ਉਹਦਾ ਧੁਨੀਆਂ ਦਾ ਪ੍ਰਵਰਗ ਕਿਹੜਾ ਹੁੰਦਾ ਗਾ। ਜਦੋਂ ਆਪਾਂ ਪ੍ਰਵਰਗ ਦੀ ਗੱਲ ਕਰਦੇ ਹਾਂ, ਖੰਡੀ ਹੁੰਦਾ, ਕੋਮਲ ਤਾਲਵੀ ਹੁੰਦਾ, ਖੰਡੀ ਅਖੰਡੀ ਹੁੰਦਾ ਜੀ, ਕੰਠੀ ਅਤੇ ਤਾਲਵੀ ਹੁੰਦਾ। ਇਹਨਾਂ ਦੇ ਵਿੱਚੋਂ ਤੁਸੀਂ ਆਨਸਰ ਕਰੋ ਜੀ ਕਮੈਂਟ ਬਾਕਸ ਦੇ ਵਿੱਚ। ਇਹਦਾ ਆਨਸਰ ਕੀ ਹੋ ਸਕਦਾ ਗਾ ਜਲਦੀ ਦੇ ਨਾਲ। ਤਾਂ ਇਹਦਾ ਆਨਸਰ ਹੋਏਗਾ ਜੀ ਅਖੰਡੀ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਜੀ, ਜੋ ਆਪਾਂ ਗੱਲ ਕਰਦੇ ਹਾਂ ਵਰਨਰ ਅਤੇ ਗ੍ਰਾਸਮੈਨ ਦਾ ਸੰਬੰਧ ਕੀ ਹੈ, ਉਹਦੇ ਸੰਬੰਧ ਦੇ ਬਾਰੇ ਆਪਾਂ ਚਰਚਾ ਕਰਦੇ ਹਾਂ। ਤਾਂ ਉਹਦੇ ਵਿੱਚ ਗੱਲ ਕਰੀਏ ਤਾਂ ਇਹਦੇ ਵਿੱਚ ਕਾਹਦੇ ਨਾਲ ਸੰਬੰਧਿਤ ਹੈ? ਉਪਭਾਸ਼ਾ ਦੇ ਨਾਲ ਨਹੀਂ ਹੈ ਜੀ, ਭਾਸ਼ਾ ਦੇ ਸ਼ਾਸਤਰ ਦੇ ਨਾਲ, ਸਮਾਜ ਦੇ ਨਾਲ। ਉਹਨਾਂ ਦਾ ਸੰਬੰਧ ਹੈ ਜੀ ਧੁਨੀ ਪਰਿਵਰਤਨ ਦੇ ਨਾਲ। ਇਹਦਾ ਆਨਸਰ ਹੈ, ਤਾਂ ਥੋੜ੍ਹਾ ਜਿਹਾ ਨੋਟ ਕਰ ਲੈਣਾ ਜੀ ਵਰਨਰ ਉਹਨਾਂ ਦੇ ਬਾਰੇ। ਉਸ ਤੋਂ ਬਾਅਦ ਆਪਾਂ ਫੋਰਥ ਸਵਾਲ ਦੀ ਆਪਾਂ ਗੱਲ ਕਰੀਏ ਤਾਂ ਉਹਦੇ ਵਿੱਚ ਆਪਾਂ ਨੂੰ ਵੇਖਣ ਨੂੰ ਮਿਲਦਾ ਗਾ ਫੋਰਥ ਸਵਾਲ ਦਾ, ਬਹੁਵਚਨ ਦੂਜਾ ਪੁਰਖ ਲਈ ਸਹਾਇਕ ਕਿਰਿਆ ਦਾ ਜੁੱਟ ਕੀ ਹੁੰਦਾ ਗਾ। ਉਹਨਾਂ ਦਾ ਸਵਾਲ ਇਹ ਹੈ ਜੀ ਕਿ ਬਹੁਵਚਨ ਹੁੰਦੇ ਨੇ, ਉਸ ਦਾ ਦੂਜਾ ਪੁਰਖ ਹੋਊਗਾ, ਉਹ ਕਾਹਦੇ ਲਈ ਸਹਾਇਕ ਹੁੰਦਾ ਗਾ ਜੀ। ਦੱਸਿਓ ਜੀ ਕਮੈਂਟ ਬਾਕਸ ਦੇ ਵਿੱਚ ਇਹਦਾ ਆਨਸਰ ਕੀ ਹੋ ਸਕਦਾ ਜੀ। ਤੁਹਾਡੇ ਸਾਹਮਣੇ 4 ਆਪਸ਼ਨ ਦਿੱਤੇ ਗਏ ਨੇ, ਉਹਨਾਂ ਦੇ ਵਿੱਚੋਂ ਸੋਚ ਕੇ ਦੱਸੋ ਜੀ ਇਹਦਾ ਆਨਸਰ ਕੀ ਹੋ ਸਕਦਾ। ਦੂਜਾ ਪੁਰਖ, ਠੀਕ ਹੈ ਜੀ, ਉਹ ਹਨ ਜੀ ਡੀ ਆਪਸ਼ਨ, ਸੋ ਅਤੇ ਸੀ। ਜਦੋਂ ਆਪਾਂ ਧੁਨੀ ਵਿਗਿਆਨ ਅਤੇ ਧੁਨੀ ਵਿਉਂਤ ਦੇ ਅੰਤਰ ਦੀ ਆਪਾਂ ਗੱਲ ਕਰਦੇ ਹਾਂ, ਦੇ ਆਧਾਰ 'ਤੇ ਕੀ ਚੀਜ਼ਾਂ ਕਰ ਸਕਦੀਆਂ, ਉਹਨਾਂ ਦੀ ਆਪਾਂ ਗੱਲ ਕਰੀਏ ਤਾਂ ਉਹਦੇ ਵਿੱਚ ਜਿਹੜਾ ਹੈਗਾ ਜੀ ਉਚਾਰਨ ਹੁੰਦਾ ਜੀ, ਨਹੀਂ ਧੁਨੀਆਂ ਦੇ ਇਹ ਵੀ ਨਹੀਂ ਹੁੰਦਾ ਜੀ, ਧੁਨੀਆਂ ਦੇ ਨਿਯਮ ਵੀ ਨਹੀਂ ਹੁੰਦੇ ਜੀ। ਉਹਦੇ ਵਿੱਚੋਂ ਬੀ ਆਪਸ਼ਨ ਜਿਹੜਾ ਹੈਗਾ ਗਾ ਜੀ, ਇਹਦਾ ਸਹੀ ਆਨਸਰ ਹੈ ਆਮੂਰਤਨ ਹੁੰਦਾ ਜੀ, ਅਤੇ ਜਿਹੜਾ ਹੈਗਾ ਸਮੂਰਤਨ ਹੁੰਦਾ। ਉਸ ਦੀ ਆਪਾਂ ਗੱਲ ਕਰਦੇ ਹਾਂ ਜੀ, ਅਤੇ ਇਹਦਾ ਸਹੀ ਆਨਸਰ ਹੈ। ਆਪਾਂ ਜਾਂ 6ਵੇਂ ਸਵਾਲ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਆਪਾਂ ਨੂੰ ਇੱਕ ਕਥਨ ਦਿੱਤਾ ਹੋਇਆ, ਤਾਂ ਕਥਨ ਦੇ ਵਿੱਚੋਂ ਆਪਾਂ ਕੋਸ਼ਿਸ਼ ਕਰਨੀ ਹੈ ਕਿ ਕਿਹੜਾ ਤੁਸੀਂ ਸਟੇਟਮੈਂਟਾਂ ਪੜ੍ਹ ਲਓ ਪਹਿਲਾਂ, ਕਥਨ ਅਤੇ ਕਾਰਨ, ਉਹਨਾਂ ਦੇ ਵਿੱਚੋਂ ਕੀ ਚੀਜ਼ ਸਹੀ ਹੈ ਕੀ ਚੀਜ਼ ਗਲਤ ਹੈ ਜਾਂ ਦੋਵੇਂ ਸਹੀ ਨੇ, ਉਸ ਦੀ ਆਪਾਂ ਚਰਚਾ ਕਰਦੇ ਹਾਂ। ਤਾਂ 6ਵਾਂ ਸਵਾਲ ਦੀ ਆਪਾਂ ਦੇਖੀਏ ਤਾਂ ਉਹਦੇ ਵਿੱਚੋਂ ਫਸਟ ਜੀ, ਹਰ ਭਾਸ਼ਾ ਦੀ ਬਣਤਰ ਅਤੇ ਉਸ ਦੀ ਵਰਤੋਂ ਵਿੱਚ ਬਦਲਾਵ ਹੁੰਦਾ ਜੀ। ਜਦੋਂ ਆਪਾਂ ਭਾਸ਼ਾ ਦੀ ਗੱਲ ਕਰਾਂਗੇ ਤਾਂ ਉਹਦੇ ਵਿੱਚ ਬਦਲਾਵ ਹੀ ਹੁੰਦਾ ਜੀ, ਕਈ ਧੁਨੀਆਂ ਕੱਟ ਦਿੰਦੇ ਹਾਂ, ਕਈ ਨਵੀਆਂ ਉਹਦੇ ਵਿੱਚ ਐਡ ਹੋ ਜਾਂਦੀਆਂ। ਜਿਵੇਂ ਪੰਜਾਬੀ ਦੀ ਆਪਾਂ ਗੱਲ ਕਰਦੇ ਹਾਂ ਜੀ, ਤਾਂ ਉਹਦੇ ਵਿੱਚ ਬਾਹਰਲੀਆਂ ਧੁਨੀਆਂ ਨੂੰ ਐਡ ਕੀਤਾ ਗਿਆ, ਬਦਲਾਵ ਹੁੰਦਾ ਜੀ। ਉਹਦੇ ਵਿੱਚ ਮੂਲ ਕਹਿ ਲਓ ਜੀ ਜੁੱਸੇ ਨੇ, ਅਤੇ ਦੇਰ ਬਾਅਦ ਅਸਰ ਵਿੱਚ ਪਰਿਵਰਤਨ ਆਉਂਦਾ। ਹਾਂ ਇਹ ਜੀ ਠੀਕ ਹੈ, ਇਹਦਾ ਸਹੀ ਆਨਸਰ ਹੈ ਕਿ ਹੌਲੀ ਹੌਲੀ ਭਾਸ਼ਾ ਦੇ ਵਿੱਚ ਪਰਿਵਰਤਨ ਆਉਂਦਾ ਰਹਿੰਦਾ। ਕਾਰਨ ਕੀ ਹੈ ਜੀ ਉਹਦਾ, ਕਿਉਂਕਿ ਭਾਸ਼ਾ ਇੱਕ ਵਿਗਿਆਨਕ ਦਾ ਸਥਿਰ ਰਹਿੰਦੀ ਹੈ ਜੀ, ਵਿਆਕਰਨ ਹਮੇਸ਼ਾ ਸਥਿਰ ਰਹਿੰਦੀ ਹੈ ਜੀ। ਇਹ ਸਹੀ ਹੈ ਆਨਸਰ ਇੱਥੋਂ ਤੱਕ। ਇਸੇ ਕਰਕੇ ਲੰਮਾ ਚਿਰ ਇਸ 'ਤੇ ਕੋਈ ਅਸਰ ਨਹੀਂ ਪੈਂਦਾ। ਹਾਂ ਇਹ ਵੀ ਸਹੀ ਹੈ ਕਿ ਵਿਗਿਆਨ ਦੇ ਵਿੱਚ ਜਦੋਂ ਖੋਜਾਂ ਆਉਂਦੀਆਂ ਨੇ, ਅੱਗੇ ਆ ਕੇ ਉਹਦਾ ਚੇਂਜ ਕਰਦੇ ਨੇ, ਦੋਵੇਂ ਸਹੀ ਨੇ ਜੀ। ਇਹਦੇ ਲਈ
ਤਾਂ ਦੋਵੇਂ ਸਹੀ ਦੇ ਵਿੱਚੋਂ ਆਪਸ਼ਨ ਆਪਣਾ ਕਿਹੜਾ ਹੋਏਗਾ ਜੀ, ਚੈੱਕ ਕਰਨਾ ਜੀ। ਦੋਵੇਂ ਸਹੀ ਦੇ ਲਈ ਤਾਂ ਡੀ ਆਪਸ਼ਨ ਹੋਏਗਾ ਇਹਦਾ। 7ਵੇਂ ਸਵਾਲ ਦੀ ਆਪਾਂ ਗੱਲ ਕਰੀਏ ਤਾਂ ਉਹਦੇ ਵਿੱਚੋਂ ਫਿਰ ਆਪਾਂ ਨੂੰ ਸੂਚੀਆਂ ਦਿੱਤੀਆਂ ਨੇ, ਇੱਕ ਸੂਚੀ ਦਿੱਤੀ ਹੈ ਅਤੇ ਇੱਕ ਦੂਸਰੀ ਸੂਚੀ ਦਿੱਤੀ ਹੈ। ਉਹਨਾਂ ਦੀ ਆਪਾਂ ਮੈਚਿੰਗ ਕਰਨੀ ਹੈ ਤਾਂ ਉਹਦੇ ਨਾਲ ਸੰਬੰਧਿਤ ਜੋ ਵੀ ਆਪਾਂ ਆਨਸਰ ਹੈ ਉਹਦਾ ਮਿਲ ਕੇ ਰਹੇਗਾ ਜੀ। ਜਦੋਂ ਆਪਾਂ ਗੱਲ ਕਰੀਏ ਤਾਂ ਸੂਚੀ ਦੇ ਪਰਿਵਰਤਨ ਦਿਸ਼ਾਵਾਂ ਕਾਹਦੇ ਨਾਲ ਸੰਬੰਧਿਤ ਨੇ ਜੀ, ਉਹਦੀ ਗੱਲ ਕਰੀਏ ਤਾਂ ਉਹਦਾ ਸੰਬੰਧ ਕਾਹਦੇ ਨਾਲ ਹੁੰਦਾ ਜੀ, ਦੱਸੋ ਜੀ ਕਰਾਂ ਮਾੜਾ ਜਿਹਾ। ਪਰਿਵਰਤਨ ਦਿਸ਼ਾਵਾਂ ਦਾ ਉਹਦੇ ਵਿੱਚੋਂ ਸੰਬੰਧ ਹੁੰਦਾ ਜੀ ਕਾਹਦੇ ਨਾਲ, ਦੱਸਿਓ ਕਰਾਂ ਮਾੜਾ ਜਿਹਾ। ਉਹਦਾ ਸੰਬੰਧ ਹੁੰਦਾ ਜੀ ਤੁਹਾਡੇ ਅਕੋਰਡਿੰਗ ਆਪਾਂ ਗੱਲ ਕਰੀਏ ਤਾਂ ਉਹਦਾ ਸੰਬੰਧ ਹੁੰਦਾ ਜੀ ਅਰਥ ਵਿਗਿਆਨ ਦੇ ਨਾਲ। ਠੀਕ ਹੈ, ਤਾਂ ਅਰਥ ਵਿਗਿਆਨ ਦੀ ਆਪਾਂ ਗੱਲ ਕਰਦੇ ਹਾਂ ਤਾਂ ਉਸ ਤੋਂ ਬਾਅਦ ਅੰਤਰ ਕੇਂਦਰਿਤ ਕਿਹਦੇ ਨਾਲ ਹੁੰਦਾ ਜੀ, ਵਾਕ ਦੇ ਨਾਲ ਸੰਬੰਧਿਤ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਤਾਂ ਸ਼੍ਰੇਣੀ ਦੀ ਗੱਲ ਕਰਦੇ ਹਾਂ ਜੀ, ਉਹ ਰੂਪ ਜੋ ਹੁੰਦਾ ਜੀ ਵਿਗਿਆਨ, ਰੂਪ ਗ੍ਰਾਮ ਵਿਗਿਆਨ ਅਤੇ ਨਿਖੜਵੇਂ ਲੱਛਣਾਂ ਦੀ ਆਪਾਂ ਗੱਲ ਕਰਦੀਏ ਤਾਂ ਉਹ ਧੁਨੀ ਗ੍ਰਾਮ ਦੇ ਨਾਲ ਸੰਬੰਧਿਤ ਹੁੰਦਾ। ਤਾਂ ਇਸੇ ਲਈ ਇਹਦਾ ਆਪਸ਼ਨ ਕਿਹੜਾ ਸਹੀ ਬਣ ਜਾਏਗਾ ਜੀ, ਫਸਟ ਦਾ ਫੋਰਥ ਸੀ ਇਹਦਾ ਆਪਸ਼ਨ ਬਣ ਜਾਏਗਾ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਜੀ ਪੰਜਾਬੀ ਦੇ ਵਿੱਚ ਸੱਸੇ ਪੈਰ ਬਿੰਦੀ ਅਤੇ ਲੱਲੇ ਪੈਰ ਬਿੰਦੀ ਕਿਸ ਪ੍ਰਭਾਵ ਵਾਲੀਆਂ ਧੁਨੀਆਂ ਹਨ ਜੀ, ਪੰਜਾਬੀ ਅਤੇ ਫਾਰਸੀ ਪ੍ਰਭਾਵ ਵਾਲੀਆਂ ਜਾਂ ਵੈਦਿਕ ਪੰਜਾਬੀ ਵਾਲੀਆਂ, ਹਿੰਦੀ ਅਤੇ ਪੰਜਾਬੀ ਵਾਲੀਆਂ, ਸੰਸਕ੍ਰਿਤ ਅਤੇ ਫਾਰਸੀ ਵਾਲੀਆਂ ਜੀ। ਜਵਾਬ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸੋ ਜੀ। ਇਹਨਾਂ ਦੇ ਬਾਰੇ ਸਾਰਿਆਂ ਨੂੰ ਪਤਾ ਚੰਗੀ ਤਰ੍ਹਾਂ ਤੁਸੀਂ ਜਾਣਦੇ ਨੇ ਤੁਸੀਂ ਸਾਰੇ ਇਹਨਾਂ ਦੇ ਬਾਰੇ, ਕਾਹਦਾ ਪ੍ਰਭਾਵ ਹੁੰਦਾ ਜੀ ਇਹਨਾਂ 'ਤੇ, ਕਿਸ ਚੀਜ਼ ਦਾ ਪੈਂਦਾ ਗਾ ਪ੍ਰਭਾਵ, ਉਹ ਜ਼ਰੂਰ ਦੱਸਿਓ ਜੀ। ਸਵਾਲ ਨੰਬਰ ਆਪਣਾ 8 ਹੈ ਤਾਂ ਉਹਦੇ ਵਿੱਚ ਆਪਾਂ ਵੇਖਦੇ ਹਾਂ ਇਹ ਪੁਰਾਣੇ ਸਮੇਂ ਦੀ ਜੋ ਆਪਣੀ ਵੈਦਿਕ ਪੰਜਾਬੀ ਆ ਉਸ 'ਤੇ ਇਹਦਾ ਪ੍ਰਭਾਵ ਦੇਖਿਆ ਜਾ ਸਕਦਾ। ਸਮਾਜ ਭਾਸ਼ਾ ਵਿਗਿਆਨ ਦਾ ਸੰਬੰਧ ਕੀ ਹੈਗਾ। ਜਦੋਂ ਆਪਾਂ ਸਮਾਜ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਆਪਾਂ ਵੇਖਦੇ ਹਾਂ ਤਾਂ ਇਹਦੇ ਵਿੱਚ ਸਮਾਜ ਭਾਸ਼ਾ ਵਿਗਿਆਨ ਦਾ ਸੰਬੰਧ ਕਾਹਦੇ ਨਾਲ ਹੋ ਸਕਦਾ ਜੀ, ਦੱਸੋ ਮਾੜਾ ਜਿਹਾ ਕਮੈਂਟ ਬਾਕਸ ਦੇ ਵਿੱਚ। ਤਾਂ ਤਕਰੀਬਨ ਸਾਰਿਆਂ ਦਾ ਆਨਸਰ ਸਹੀ ਹੋਏਗਾ। ਸਮਾਜ ਦੀ ਜੋ ਦਰਜਾਬੰਦੀ ਹੈ ਜੀ ਉਸ ਦੀ ਉਹ ਗੱਲ ਕਰਦੇ ਹੈ ਅਤੇ ਸਮਾਜ ਤੋਂ ਸਮਾਜਿਕ ਦੇ ਨਾਲ ਜੁੜਦਾ ਗਾ, ਇਸੇ ਕਰਕੇ ਸੌਖੇ ਤਰੀਕੇ ਨਾਲ ਤੁਹਾਨੂੰ ਅੰਦਾਜ਼ਾ ਲੱਗ ਸਕਦਾ। ਅਗਰ ਭੂਮਨ ਸੰਕਲਪ ਦੀ ਗੱਲ ਕੀਤੀ ਗਈ ਹੈ ਜੀ, ਉਸ ਦੇ ਬਾਰੇ ਆਪਾਂ ਗੱਲ ਕਰੀਏ ਤਾਂ ਉਹ ਕਾਹਦੇ ਨਾਲ ਸੰਬੰਧਿਤ ਹੈ, ਭਾਸ਼ਾ ਸ਼ਾਸਤਰ ਨਾਲ, ਸੰਰਚਨਾ ਨਾਲ, ਰੂਪ ਜਿਹੜਾ ਹੈਗਾ ਇਹ ਰੂਪਾਂਤਰੀ ਭਾਸ਼ਾ ਦੀ ਗੱਲ ਕੀਤੀ ਗਈ ਹੈ, ਨਹੀਂ ਜੀ ਉਹਦੇ ਵਿੱਚ ਸ਼ੈਲੀ ਵਿਗਿਆਨ ਦੀ ਗੱਲ ਕੀਤੀ ਗਈ ਹੈ। ਉਸ ਤੋਂ ਬਾਅਦ ਮਿਸ਼ਰਤ ਵਾਕ ਕੀ ਹੁੰਦੇ ਨੇ ਜੀ, ਮਿਸ਼ਰਤ ਵਾਕ ਲਈ ਕਿਹੜਾ ਕਹਿ ਲਓ ਜੀ ਸੰਕਲਪ ਸਹੀ ਹੈ। ਆਪਾਂ ਨੂੰ 4 ਆਪਸ਼ਨ ਦਿੱਤੇ ਨੇ ਤਾਂ ਉਹਦੇ ਵਿੱਚੋਂ ਆਪਾਂ ਮਿਸ਼ਰਤ ਵਾਕ ਦੀ ਗੱਲ ਕਰੀਏ ਤਾਂ ਉਹਦੇ ਵਿੱਚੋਂ ਗੱਲ ਕਰੀਏ ਜੀ ਇਹਦੇ ਵਿੱਚੋਂ ਕਿਹੜਾ ਆਪਸ਼ਨ ਸਹੀ ਹੋ ਸਕਦਾ। ਮਿਸ਼ਰਤ ਵਾਕ ਦੇ ਲਈ ਸਾਰੇ ਸਵਾਧੀਨ ਹੁੰਦੇ ਆ ਜੀ, ਉਪਵਾਕ ਦੇ ਇੱਕ ਪਰਾਧੀਨ ਹੁੰਦਾ ਜੀ, ਇਹਦੇ ਵਿੱਚ ਗੱਲ ਕੀਤੀ ਗਈ ਹੈ, ਇੱਕ ਸਵਾਧੀਨ ਹੁੰਦਾ। ਪਰਾਧੀਨ ਅਤੇ ਸਵਾਧੀਨ ਉਪਵਾਕ ਹੁੰਦੇ ਆ ਜੀ। ਇਹਦੇ ਵਿੱਚ ਆਪਾਂ ਗੱਲ ਕਰੀਏ ਜੀ ਫਸਟ ਇਹ ਵੀ ਸਹੀ ਹੈ ਤਾਂ ਜਾਂ ਆਪਾਂ ਇਹਦੀ ਗੱਲ ਕਰੀਏ ਸੀ ਵੀ ਇਹਦਾ ਆਪਸ਼ਨ ਹੋ ਸਕਦਾ ਗਾ, ਦੋਨੇ ਆਪਸ਼ਨਾਂ ਦੇ ਵਿੱਚ ਹੋ ਸਕਦਾ। ਫਸਟ ਪਹਿਲੇ ਨੰਬਰ 'ਤੇ ਕਿਹੜਾ ਆਏਗਾ, ਬੀ ਆਇਆ ਤਾਂ ਬੀ ਨੂੰ ਆਪਾਂ ਸਹੀ ਆਪਸ਼ਨ ਮੰਨਾਂਗੇ। ਤਾਂ ਸੀ ਨੂੰ ਵੀ ਆਪਾਂ ਨਕਾਰ ਨਹੀਂ ਸਕਦੇ ਆਪਸ਼ਨ ਦੇ ਵਿੱਚ, ਇਹ ਸਟੇਟਮੈਂਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ। ਅੱਗੇ ਕੁਛ ਆਪਾਂ ਨੂੰ ਸੰਕਲਪ ਦਿੱਤੇ ਹੋਏ ਨੇ, ਸੂਚੀ ਦਿੱਤੀ ਹੋਈ ਹੈ, ਸੂਚੀਆਂ ਨੇ, ਰਾਈਟਰ ਨੇ ਅਤੇ ਉਹਨਾਂ ਦੀਆਂ ਬੁੱਕਸ ਨੇ, ਉਹਨਾਂ ਦੀ ਆਪਾਂ ਮੈਚਿੰਗ ਕਰਨੀ ਹੈ। ਉਹ ਤੁਸੀਂ ਮਾੜਾ ਜਿਹਾ ਸੋਚ ਕੇ ਦੱਸੋ ਜੀ ਕਿਹੜੇ ਰਾਈਟਰ ਦੀ ਕਿਹੜੀ ਕਿਤਾਬ ਹੈ, ਉਸ ਦਾ ਸੰਬੰਧ ਕਿਹੜੇ ਨਾਲ ਹੈ। ਤਾਂ ਉਹ ਕੋਸ਼ਿਸ਼ ਕਰੋ ਜੀ ਜਲਦੀ ਦੇ ਨਾਲ ਜਿਹੜਾ ਕਰਨ ਦੀ ਕੋਸ਼ਿਸ਼ ਕਰਨਾ। ਫਸਟ ਦਾ ਬਲੂਮਫੀਲਡ ਦੇ ਬਾਰੇ, ਲੈਂਗੁਏਜ ਦੇ ਬਾਰੇ ਤੁਸੀਂ ਸਾਰਿਆਂ ਨੇ ਪੜ੍ਹਿਆ ਹੋਏਗਾ ਜੀ, ਸਾਰੇ ਜਾਣਦੇ ਹੋ ਤੁਸੀਂ, ਠੀਕ ਹੈ। ਤਾਂ ਉਸ ਤੋਂ ਬਾਅਦ ਗੱਲ ਕਰਦੇ ਹਾਂ ਰੋਮਨ ਦੀ ਵੀ, ਠੀਕ ਹੈ, ਜਨਰਲ ਦੇ ਨਾਲ ਲੈਂਗੁਏਜ ਦੇ ਨਾਲ ਲੁਕੈਸਟਿਕ ਭਾਵ ਉਹਦੀ ਗੱਲ ਕੀਤੀ ਹੋਈ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰੀਏ
ਸੀ ਦੀ, ਤਾਂ ਉਹਦੇ ਵਿੱਚ ਆਪਾਂ ਦੇਖਦੇ ਹਾਂ ਇਹਦੇ ਵਿੱਚ ਕਾਹਦੀ ਗੱਲ ਕੀਤੀ ਹੋਈ ਹੈ। ਠੀਕ ਹੈ, ਅਤੇ ਉਸ ਤੋਂ ਬਾਅਦ ਲਾਸਟ ਜੋ ਆਪਸ਼ਨ ਬਚਦਾ ਉਸ ਦੀ ਆਪਾਂ ਨੂੰ ਕਲੀਅਰ ਹੀ ਆਨਸਰ ਮਿਲ ਜਾਂਦਾ ਹੈਗਾ। ਤਾਂ ਇਹਦੇ ਲਈ ਆਪਸ਼ਨ ਕੀ ਹੋਇਆ, ਫਸਟ ਦਾ ਥਰਡ, ਤਾਂ ਇਹਦਾ ਡੀ ਆਪਸ਼ਨ ਸਹੀ ਹੋਏਗਾ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਜੀ 13ਵੇਂ ਸਵਾਲ ਦੀ। ਉਸੇ ਤਰ੍ਹਾਂ ਹੀ ਫੇਰ ਸੂਚੀਆਂ ਦਿੱਤੀਆਂ ਨੇ ਆਪਾਂ ਨੂੰ, ਕੁਛ ਰਾਈਟਰ ਦਿੱਤੇ ਨੇ ਜੀ, ਇਸ ਵਾਰ ਪੰਜਾਬੀ ਦੇ ਨੇ, ਤਾਂ ਉਹਦੇ ਵਿੱਚੋਂ ਉਹਨਾਂ ਦਾ ਆਪਾਂ ਮੈਚਿੰਗ ਕਰਨੀ ਹੈ। ਤਾਂ ਉਹ ਤੁਸੀਂ ਕੋਸ਼ਿਸ਼ ਕਰੋ ਜੀ, ਕਮੈਂਟ ਬਾਕਸ ਦੇ ਵਿੱਚ ਕਰਕੇ ਦੱਸੋ ਜੀ। ਮੈਂ ਥੋੜ੍ਹਾ ਟਾਈਮ ਦਿੰਦਾ ਤੁਹਾਨੂੰ। ਫਸਟ ਦੇ ਲਈ ਗ੍ਰਾਮਰ, ਪੰਜਾਬੀ ਬੋਧ ਨਾਲ ਸੰਬੰਧਿਤ ਕਿਹੜੀ ਹੈ ਜੀ। ਠੀਕ ਹੈ, ਉਸ ਤੋਂ ਬਾਅਦ ਪੰਜਾਬੀ ਵਰਬ ਦੀਆਂ ਫਾਰਮਾਂ ਦੇ ਬਾਰੇ ਜੋ ਰੈਫਰੈਂਸ ਨੇ ਉਹਦੇ ਬਾਰੇ ਕਿਹਨਾਂ ਦੀ ਬੁੱਕਸ ਨੇ, ਤੁਸੀਂ ਮਾੜਾ ਜਿਹਾ ਕੋਸ਼ਿਸ਼ ਕਰੋ ਜੀ ਉਹਦੇ ਵਿੱਚੋਂ ਆਨਸਰ ਦੇਣ ਦੀ। ਫਸਟ ਦਾ ਸੰਬੰਧ ਹੈਗਾ ਜੀ ਸੰਧੂ ਦੇ ਨਾਲ, ਫੋਰਥ ਦੇ ਨਾਲ। ਠੀਕ ਹੈ, ਤਾਂ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਗ੍ਰਾਮਰ ਦੀ, ਜਿਹੜੀ ਹੈਗੀ ਹੈ ਜੀ। ਠੀਕ ਹੈ, ਪੌੜੀ ਦੀ ਸੰਬੰਧਿਤ ਗੱਲ ਕੀਤੀ ਹੋਈ ਹੈ, ਤਾਂ ਉਹ ਸੰਧੂ ਦੇ ਨਾਲ ਸੰਬੰਧਿਤ ਹੈ। ਉਸ ਤੋਂ ਬਾਅਦ ਹਿੰਦੀ ਅਤੇ ਪੰਜਾਬੀ ਦੀ ਜੋ ਹੈਗੀ ਹੈ ਜੀ, ਉਸ ਦੀ ਗੱਲ ਕਰਦੇ ਹੈ ਕੌਣ, ਤਾਂ ਫਸਟ ਦੀ ਆਪਾਂ ਗੱਲ ਕੀਤੀ ਹੈ, ਤਾਂ ਫੋਰਥ ਇਹਦਾ ਸਹੀ ਆਨਸਰ ਹੈ ਜੀ, ਸੰਧੂ ਦੇ ਨਾਲ ਸੰਬੰਧਿਤ। ਤਾਂ ਸੈਕਿੰਡ ਦੀ ਆਪਾਂ ਗੱਲ ਕਰੀਏ ਤਾਂ ਉਹਦੇ ਵਿੱਚੋਂ ਇਹਦਾ ਆਨਸਰ ਹੋਏਗਾ ਜੀ ਥਰਡ। ਠੀਕ ਹੈ ਜੀ, ਵਿਦਿਆ ਭਾਸਕਰ ਨੂੰ ਤੁਸੀਂ ਸਾਰੇ ਜਾਣਦੇ ਹੋ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਤਾਂ ਪੰਜਾਬੀ ਵਰਬ ਦੇ ਨਾਲ ਸੰਬੰਧਿਤ। ਠੀਕ ਹੈ ਜੀ, JS ਪੁਆਰ ਦੀ ਗੱਲ ਕੀਤੀ ਹੋਈ ਹੈ, ਜੋਗਿੰਦਰ ਸਿੰਘ ਪੁਆਰ ਦੀ ਗੱਲ ਕੀਤੀ ਹੋਈ ਹੈ। ਲਾਸਟ ਰੈਫਰੈਂਸ ਦੀ ਗੱਲ ਕੀਤੀ ਹੈ ਤਾਂ HS ਗਿੱਲ ਦੀ ਗੱਲ ਕੀਤੀ ਹੋਈ ਹੈ। ਤਾਂ ਇਹਦਾ ਸਹੀ ਆਪਸ਼ਨਾਂ ਦੇ ਅਕੋਰਡਿੰਗ ਆਪਾਂ ਆਨਸਰ ਕਰੀਏ ਤਾਂ ਇਹਦਾ B ਆਨਸਰ ਬਣੇਗਾ। ਇਲੈਕਟ੍ਰੋਨਿਕ ਸੋਨੋਗ੍ਰਾਫੀ ਦਾ ਸੰਬੰਧ ਕਿਸ ਨਾਲ ਹੈ ਸੀ। ਤੁਸੀਂ ਇਹਦਾ ਆਨਸਰ ਦੱਸਿਓ ਜੀ ਕਮੈਂਟ ਬਾਕਸ ਦੇ ਵਿੱਚ, ਕਾਫੀਆਂ ਨੂੰ ਪਤਾ ਹੋਏਗਾ ਇਹਦਾ ਆਨਸਰ। ਤਾਂ ਇਹਦਾ ਆਨਸਰ ਪਿਤਾ ਦੀ ਧੀ ਪ੍ਰਤੀ ਖਿੱਚ ਦਾ ਉਹਦਾ ਸੰਬੰਧਿਤ ਹੈਗਾ ਉਸ ਦੇ ਨਾਲ। 15ਵੇਂ ਸਵਾਲ ਦੀ ਆਪਾਂ ਗੱਲ ਕਰੀਏ ਜੀ, ਉੱਤਰਾ ਸੰਰਚਨਾਵਾਦੀ ਅਧਿਐਨ ਪ੍ਰਣਾਲੀ ਦੀ ਮੁੱਖ ਪ੍ਰਵਿਰਤੀ ਕੀ ਹੁੰਦੀ ਹੈ। ਇਹਦੇ ਵਿੱਚ ਪ੍ਰਵਿਰਤੀਆਂ ਨੇ, ਤਾਂ ਪ੍ਰਵਿਰਤੀਆਂ ਦੇ ਵਿੱਚੋਂ ਇਹਦੇ ਵਿੱਚ ਪਾਠ, ਪ੍ਰਵਚਨ ਅਤੇ ਵਿਚਾਰਧਾਰਾ ਸ਼ਾਮਲ ਹੁੰਦੇ ਆ। ਮੌਖਿਕ ਅਤੇ ਲਿਖਤ ਸਾਹਿਤ ਵਿੱਚ ਕੀ ਅੰਤਰ ਹੁੰਦਾ ਹੈ ਜੀ, ਉਹਨਾਂ ਦਾ ਤੁਸੀਂ ਆਨਸਰ ਕਰਨਾ ਜੀ। ਸਾਰਿਆਂ ਨੂੰ ਪਤਾ ਹੋਏਗਾ ਇਹਦਾ ਆਨਸਰ, ਤਾਂ ਇਹਦਾ ਆਨਸਰ ਹੋਏਗਾ ਜੀ ਪੇਸ਼ਕਾਰੀ ਵਿਧੀ ਹੈ ਜੋ, ਉਹਦੇ ਵਿੱਚ ਅੰਤਰ ਹੁੰਦਾ ਮੌਖਿਕ ਦੇ ਵਿੱਚ ਅਤੇ ਰਿਟਨ ਦੇ ਵਿੱਚ। 17ਵੇਂ ਸਵਾਲ ਦੀ ਆਪਾਂ ਗੱਲ ਕਰੀਏ ਤਾਂ ਉਸ ਦੇ ਵਿੱਚ ਆਪਾਂ ਵੇਖ ਸਕਦੇ ਹਾਂ, ਤਾਂ ਇਹਦੇ ਵਿੱਚ ਬਿਰਤਾਂਤ ਦੀ ਲਘੂਤਮ ਇਕਾਈ ਕੀ ਹੁੰਦੀ ਹੈ। ਬਿਰਤਾਂਤ ਦੀ ਕਥਾਨਕ ਰੂੜੀ ਜੋ ਹੁੰਦੀ ਹੈ ਜੀ, ਇਹਦੀ ਲਘੂਤਮ ਇਕਾਈ ਹੁੰਦੀ ਹੈ। ਸਾਹਿਤ ਦੀ ਨਵੀਨ ਅਧਿਐਨ ਪ੍ਰਣਾਲੀ ਕਿਹੜੀ ਹੈ ਜੀ। ਸਾਹਿਤ ਦੇ ਜਾਂ ਆਪਾਂ ਸਾਹਿਤ ਦੀ ਗੱਲ ਕਰੀਏ ਤਾਂ ਉਸ ਦਾ ਅਧਿਐਨ ਕਰਨਾ ਹੋਵੇ ਤਾਂ ਉਸ ਦੀ ਨਵੀਨਤਮ ਇਕਾਈ ਕਿਹੜੀ ਹੈ ਜੀ। ਠੀਕ ਹੈ ਜੀ, ਸੱਭਿਆਚਾਰਕ ਸਾਰਥਕਤਾ ਵੀ ਹੈ ਜੀ। ਉਸ ਤੋਂ ਬਾਅਦ ਇਸ ਦੀ ਗੱਲ ਕਰੀਏ, ਠੀਕ ਹੈ ਜੀ, ਇਹਦੀ ਵੀ ਆਪਾਂ ਨੂੰ ਆਨਸਰ ਮਿਲਦੇ ਨੇ, ਤਾਂ ਫਸਟ ਆਨਸਰ ਆਪਣਾ ਸਹੀ ਮੰਨਿਆ ਜਾਏਗਾ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਜੀ ਪਾਰ ਰਾਸ਼ਟਰੀਅਤਾ ਤੋਂ ਕੀ ਭਾਵ ਹੈ, ਜਿਸ ਦੀ ਆਪਾਂ ਗੱਲ ਕੀਤੀ ਹੋਈ ਹੈ। ਤਾਂ ਇਹਦਾ ਮੀਨਿੰਗ ਕੀ ਹੈ, ਇਸ ਦੇ ਬਾਰੇ ਆਪਾਂ ਕੋਸ਼ਿਸ਼ ਕਰ ਰਹੇ ਹਾਂ ਤੁਹਾਨੂੰ ਦੱਸਣ ਦੀ। ਜੋ ਰਾਸ਼ਟਰੀ ਸਰਹੱਦਾਂ ਦੀ ਪਾਬੰਦੀ ਹੁੰਦੀ ਹੈ ਜੀ, ਰਾਸ਼ਟਰੀ ਸਰਹੱਦਾਂ ਤੋਂ ਸੁਤੰਤਰਤਾ ਹੁੰਦੀ ਹੈ, ਗਲੋਬਲ ਚੇਤਨਾ ਪੱਧਰ ਹੁੰਦਾ, ਲੋਕ ਰਾਜੀ ਚੇਤਨਾ ਪੱਧਰ ਹੁੰਦਾ। ਤੁਸੀਂ ਮਾੜਾ ਜਿਹਾ ਕੋਸ਼ਿਸ਼ ਕਰਕੇ ਦੱਸੋ ਜੀ ਇਹਦਾ ਆਨਸਰ ਕੀ ਹੋ ਸਕਦਾ ਹੈਗਾ। ਤਾਂ ਉਹਦੇ ਵਿੱਚੋਂ ਹੋ ਗਿਆ ਜੀ ਜਿਹੜੀ ਰਾਸ਼ਟਰੀ ਜੋ ਸਰਹੱਦਾਂ ਨੇ ਉਹਨਾਂ ਤੋਂ ਸੁਤੰਤਰਤਾ ਹੁੰਦੀ ਹੈ। ਪਾਰ ਦਾ ਮਤਲਬ ਹੀ ਹੋਏਗਾ, ਤੁਸੀਂ ਆਨਸਰ ਲਾ ਸਕਦੇ ਸੀ ਸਿੱਧਾ ਪਾਰ, ਤਾਂ ਪਾਰ ਜਾ ਸਕਦੇ ਹਾਂ ਜੀ, ਸੁਤੰਤਰਤਾ ਹੈਗੀ ਆ। ਅਫਲਾਤੂਨੀ ਪਿਆਰ ਤੋਂ ਕੀ ਭਾਵ ਹੈ। ਅਫਲਾਤੂਨੀ ਪਿਆਰ ਦੀ ਤੁਸੀਂ ਗੱਲ ਕਰੋ ਦਿਓ ਤਾਂ ਉਹਦੇ ਵਿੱਚ ਸਾਰਿਆਂ ਨੂੰ ਪਤਾ ਹੀ ਹੋਏਗਾ ਇਹਦੇ ਬਾਰੇ। ਤਾਂ ਸੰਸਾਰ ਪਿਆਰ ਸੁੰਦਰਤਾ ਖਿੱਚ ਸੱਚੀ ਖਿੱਚ ਹੈ, ਸੱਚੀ ਪੂਜਾ ਗੱਲ ਆਪਾਂ ਅਗਰ ਗੱਲ ਕਰਦੇ ਹਾਂ, ਸੰਸਾਰ ਪਿਆਰ ਸੁੰਦਰਤਾ ਦੀ ਸੱਚੀ ਪੂਜਾ ਹੈ ਨਹੀਂ ਹੈ ਜੀ, ਇਹਦਾ ਸੰਕਲਪ ਨਹੀਂ ਹੈ। ਅਫਲਾਤੂਨੀ ਪਿਆਰ ਦੇ ਵਿੱਚ ਪਿਆਰ ਦੀ ਪਵਿੱਤਰਤਾ ਸਰੀਰਕ ਤੋਂ ਉਪਜਦੀ ਹੈ, ਇਹ ਵੀ ਨਹੀਂ ਹੈ ਜੀ। ਪਿਆਰ ਦੀ ਪ੍ਰਾਪਤੀ ਨਾਲੋਂ ਪਹਿਚਾਣ ਜ਼ਰੂਰੀ ਹੈ ਜੀ, ਇਹ ਉਹਦਾ ਸੀਗਾ ਜੀ। ਅਫਲਾਤੂਨੀ ਪਿਆਰ ਦਾ ਮਕਸਦ ਸੀਗਾ ਉਹਨਾਂ ਦਾ, ਭਾਵ ਉਹਦੇ ਨਾਲ ਸੰਬੰਧਿਤ ਹੈਗਾ।
21 ਨੰਬਰ ਸਵਾਲ ਦੀ ਆਪਾਂ ਗੱਲ ਕਰੀਏ, ਉਸ ਦੇ ਵਿੱਚ ਆਪਣੇ ਕੋਲ ਫਿਰ ਦੋ ਸੂਚੀਆਂ ਮੌਜੂਦ ਨੇ। ਇੱਕ ਪਾਸੇ ਸਾਈਡ 'ਤੇ ਆਪਾਂ ਨੂੰ ਰਾਈਟਰ ਦਿੱਤੇ ਹੋਏ ਨੇ ਅਤੇ ਦੂਸਰੀ ਸਾਈਡ ਆਪਾਂ ਨੂੰ ਕੁਛ ਉਹਨਾਂ ਦੇ ਸੰਕਲਪ ਦਿੱਤੇ ਹੋਏ ਨੇ ਕਿ ਉਹਨਾਂ ਦੀ ਆਪਾਂ ਮੈਚਿੰਗ ਕਰਨੀ ਹੈ, ਜਿਨ੍ਹਾਂ ਦੇ ਬਾਰੇ ਤੁਸੀਂ ਸਾਰਿਆਂ ਨੇ ਜਾਣਦੇ ਹੋਵੋਗੇ। ਜਟਲ ਮਨੋਵੇਗਾਂ ਦਾ ਸੰਤੁਲਨ ਕਿਸ ਨੇ ਕਿਹਾ ਜੀ? ਇਹ ਹੈਗੀ ਹੈ ਜੀ ਰਿਚਰਡ ਦੀ ਜੋ ਧਾਰਨਾ। ਅਤੇ ਉਸ ਤੋਂ ਬਾਅਦ ਅਤ੍ਰਿਪਤ ਕਾਮ ਭਾਵਨਾ ਦੀ ਤ੍ਰਿਪਤ ਦੀ ਗੱਲ ਕਰਦੇ ਆ ਤਾਂ ਉਹ ਫਰਾਇਡ ਸੀਗਾ ਜੀ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਜੀ ਤਾਂ ਸਮਾਜਵਾਦੀ ਸੰਘਰਸ਼ ਦੀ ਕੌਣ ਗੱਲ ਕਰਦਾ ਜੀ? ਮਾਰਕਸ ਨੇ ਗੱਲ ਕੀਤੀ ਹੈ ਜੀ, ਸਾਰਿਆਂ ਨੂੰ ਪਤਾ ਹੀ ਆ ਤੁਹਾਨੂੰ। ਅਤੇ ਪ੍ਰੇਰਨਾ ਅਤੇ ਪ੍ਰਸੰਗਤਾ ਦੀ ਗੱਲ ਕਿਹਨੇ ਕੀਤੀ ਹੈ ਜੀ? ਉਹ ਸਾਰਿਆਂ ਨੂੰ ਹੀ ਪਤਾ ਲੱਗ ਗਿਆ ਹੁਣ, ਜਾਂ ਕਿਸੇ ਨੂੰ ਨਹੀਂ ਪਤਾ ਸੀ ਤਾਂ ਇਹਦਾ ਆਪਸ਼ਨ ਕੀ ਹੋਏਗਾ ਜੀ? ਫਸਟ ਇਹਦਾ ਸਹੀ ਆਨਸਰ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਜੀ ਸਵਾਲ ਨੰਬਰ 22 ਦੀ। ਫਿਰ ਉਹ ਆਪਣੇ ਕੋਲ ਮੌਜੂਦ ਹੈ ਜੀ ਕਥਨ ਦਾ ਕੀ ਆਨਸਰ ਹੈਗਾ ਉਸ ਦੀ ਆਪਾਂ ਗੱਲ ਕਰਦੇ ਹਾਂ। ਦੋਵੇਂ ਸਹੀ ਹੈ ਜਾਂ ਗਲਤ ਹੈ ਉਹਦੀ ਚਰਚਾ ਹੋਏਗੀ ਜੀ। ਵਿਚਾਰਨ ਵਿਧੀ ਦੁਆਰਾ ਰਚਨਾ ਪਾਠ ਅਤੇ ਥੀਮਿਕ ਜੋ ਹੁੰਦੇ ਨੇ ਜੀ ਪ੍ਰਸਾਰ, ਉਹਨਾਂ ਦੀ ਗੱਲ ਕਰਦੇ ਹਾਂ। ਨੈਗੇਟਿਵ ਵਿਸ਼ਲੇਸ਼ਣ ਕੀਤਾ ਜਾਂਦਾ ਜੀ ਅਤੇ ਨਾਲ ਦੀ ਨਾਲ ਹੀ ਉਹਨਾਂ ਦੇ ਭਾਂਤੀ ਤਰਕ ਵਿਰੋਧਾਂ ਦੀ ਨਿਸ਼ਾਨਦੇਹੀ ਵੀ ਕੀਤੀ ਜਾਂਦੀ ਹੈ। ਸਹੀ ਆਨਸਰ ਹੈ ਜੀ ਇਹ ਵਾਲਾ। ਕਾਰਨ ਕੀ ਹੋ ਸਕਦਾ ਜੀ ਅਜਿਹਾ ਇਸ ਲਈ ਕਰਨਾ ਹੋਰ ਸੰਭਵ ਬਣ ਜਾਂਦਾ ਹੈ ਕਿਉਂਕਿ ਇਸ ਦੀ ਜੋ ਹੈਗੀ ਹੈ ਜੀ ਵਿਵਰਚਨਾਵਾਦੀ ਸਮੀਖਿਆ ਆਲੋਚਨਾ ਹੀ ਪਰ ਆਲੋਚਨਾ ਨਹੀਂ ਹੈ। ਇਹ ਗਲਤ ਹੋ ਜਾਂਦਾ ਜੀ। ਤਾਂ ਇਹਦਾ ਫਸਟ ਸਹੀ, ਦੂਸਰਾ ਗਲਤ ਹੈ। ਇਹਦਾ ਬੀ ਆਨਸਰ ਹੋਏਗਾ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਜੀ ਫਿਰ ਕਥਨ ਆਪਾਂ ਨੂੰ ਕੋਲ ਮੌਜੂਦ ਹੈਗਾ। ਇਹਦੇ ਵਿੱਚੋਂ ਸਹੀ ਆਪਾਂ ਚੁਣਨਾ ਗਾ। ਤੁਸੀਂ ਕਮੈਂਟ ਬਾਕਸ ਦੇ ਵਿੱਚ ਆਨਸਰ ਕਰਿਓ ਜੀ, ਕਿਉਂਕਿ ਸਾਰਿਆਂ ਨੂੰ ਤੁਸੀਂ ਪੜ੍ਹ ਲਓ ਧਿਆਨ ਨਾਲ, ਉਸ ਤੋਂ ਬਾਅਦ ਆਨਸਰ ਕਰ ਸਕਦੇ ਹੋ, ਵੀਡੀਓ ਨੂੰ ਪੌਜ਼ ਕਰ ਸਕਦੇ ਹੋ। ਤਾਂ ਇਹਦਾ ਆਨਸਰ ਕੀ ਹੋ ਸਕਦਾ ਜੀ? ਪੰਜਾਬੀ ਸੱਭਿਆਚਾਰ ਵਿੱਚ ਸੂਫੀ ਰਹੱਸਵਾਦ ਨਾਲੋਂ ਪਰਾਭੌਤਿਕ ਸਰੋਕਾਰਾਂ ਦੀ ਸਥਾਪਨਾ ਕੀਤੀ ਗਈ ਹੈ। ਸਹੀ ਹੈ ਜੀ। ਉਸ ਤੋਂ ਬਾਅਦ ਪੰਜਾਬੀ ਕਿੱਸਾਕਾਰਾਂ ਦੀ ਵਿੱਚ ਕਹਿ ਲਓ ਜੀ ਪੰਜਾਬੀ ਸੱਭਿਆਚਾਰ ਸਵੈਮਾਨ ਹੁੰਦਾ ਨਹੀਂ ਹੈ ਜੀ। ਪੰਜਾਬੀ ਕਿੱਸਾਕਾਰਾਂ ਦੀ ਰਚਨਾ ਬਹੁ ਜਨ ਸੁਖਦਾਈ ਅਤੇ ਬਹੁਜਨ ਹਿਤਾਈ ਦੇ ਲਈ ਨਹੀਂ ਹੈ। ਠੀਕ ਹੈ ਜੀ। ਪੰਜਾਬੀ ਕਿੱਸਿਆਂ ਤੋਂ ਗਲਪ ਵਰਤਾਂਤ ਅਤੇ ਹੋਰ ਕਥਾ ਰੂਪ ਉਪਜੇ ਹੈ। ਇਹ ਵੀ ਸਹੀ ਹੈ ਜੀ। ਠੀਕ ਹੈ ਜੀ। ਫਸਟ ਅਤੇ ਲਾਸਟ ਵਾਲਾ ਦੋਨੇ ਹੀ ਆਪਸ਼ਨ ਆਪਣੇ ਸਹੀ ਨੇ ਜੀ। ਦੋਨੇ ਹੀ ਆਨਸਰ ਸਹੀ ਨੇ, ਬਟ ਆਪਾਂ ਇੱਕ ਚੁਣਨਾ ਹੋਵੇ ਫਸਟ ਸਹੀ ਹੈ, ਫਸਟ ਦੇ ਨੰਬਰ 'ਤੇ ਹੀ ਪਿਆ ਤਾਂ ਆਪਸ਼ਨ ਦੇ ਤੌਰ 'ਤੇ ਆਪਾਂ ਲੱਗ ਗਏ ਇਹ ਦੋਨੇ ਹੀ ਸਹੀ ਨੇ। ਇਹਦੇ ਵਿੱਚੋਂ ਆਪਸ਼ਨਾਂ ਦੀ ਗੱਲ ਕਰੀਏ ਤਾਂ ਇਹ ਦੋਨੇ ਹੀ ਸਹੀ ਨੇ। ਫਸਟ ਆਪਸ਼ਨ ਇਹ ਅਤੇ ਇਹ ਦੋਨੇ ਹੀ ਆਪਣੇ ਆਪਸ਼ਨ ਸਹੀ ਹੈ, ਮੌਜੂਦ ਹੈ। 24 ਨੰਬਰ ਸਵਾਲ ਦੀ ਆਪਾਂ ਕਰੀਏ ਜੀ ਗਜ਼ਲ ਦੇ ਕਾਵਿ ਰੂਪ ਅਤੇ ਤਕਨੀਕੀ ਪੱਖ ਕਿਹੜੇ ਮੁੱਖ ਹੁੰਦੇ ਆ ਜੀ? ਗਜ਼ਲ ਦੇ ਬਾਰੇ ਦੱਸਿਓ ਜੀ, ਸਾਰਿਆਂ ਨੂੰ ਬਹੁਤ ਨੌਲੇਜ ਹੈਗੀ ਹੈ। ਤਾਂ ਇਹਦਾ ਕਾਫੀਆ ਦੀ ਗੱਲ ਕੀਤੀ ਗਈ ਹੈ ਤਾਂ ਸੀ ਆਪਸ਼ਨ ਇਹਦਾ ਸਹੀ ਹੈ। ਸਾਰੇ ਕਮੈਂਟ ਬਾਕਸ ਵਿੱਚ ਆਪਦਾ ਪਹਿਲਾਂ ਆਨਸਰ ਦੇ ਦਿਓ ਜੀ ਪੌਜ਼ ਕਰਕੇ, ਫਿਰ ਉਹਨੂੰ ਦੇਖ ਲਿਓ ਆਨਸਰ ਕੀ ਹੈ। ਫਿਰ ਉਸੇ ਤਰ੍ਹਾਂ ਆਪਣੇ ਕੋਲ ਆ ਗਏ ਹੈ ਜੀ ਕੁਛ ਯੁੱਟ ਜੋ ਸਹੀ ਹੈ ਜੀ, ਉਸ ਦੀ ਗੱਲ ਕੀਤੀ ਹੋਈ ਹੈ। ਕਿਹੜਾ ਯੁੱਟ ਸਹੀ ਹੈ ਜੀ? ਬਾਕੀ 3 ਗਲਤ ਹੈ ਜੀ, ਸਿਰਫ ਇੱਕ ਸਹੀ ਹੈ। ਉਹ ਤੁਸੀਂ ਦੇਖਿਓ ਜੀ ਕਮੈਂਟ ਬਾਕਸ ਦੇ ਵਿੱਚ, ਪਹਿਲਾਂ ਦੇਖ ਲਓ ਚੰਗੀ ਤਰ੍ਹਾਂ ਆਨਸਰ ਨੂੰ, ਤਾਂ ਫਿਰ ਉਹਦਾ ਸਹੀ ਆਨਸਰ ਲੱਭਣ ਦੀ ਕੋਸ਼ਿਸ਼ ਕਰਨਾ। ਤਾਂ ਇਹਦੇ ਵਿੱਚੋਂ ਜੀ ਜੋ ਹੈਗਾ ਥਰਡ ਇਹ ਵਾਲਾ ਸਹੀ ਆਪਸ਼ਨ ਹੈ। ਬਾਕੀ ਸਾਰਿਆਂ ਦੇ ਵਿੱਚ ਕੋਈ ਨਾ ਕੋਈ ਗਲਤੀ ਹੈ ਤਾਂ ਉਹ ਤੁਸੀਂ ਦੇਖ ਸਕਦੇ ਹੋ। ਆਧੁਨਿਕ ਸੰਵੇਦਨਾ ਤੋਂ ਕੀ ਭਾਵ ਹੈ? ਆਧੁਨਿਕ ਸੰਵੇਦਨਾ ਦੀ ਆਪਾਂ ਗੱਲ ਕਰੀਏ ਚੇਤਨਾ ਪ੍ਰਵਾਹ ਦੇ ਨਾਲ ਸੰਬੰਧਿਤ ਹੈ, ਜਾਂ ਉਸ ਦੀ ਆਪਾਂ ਗੱਲ ਕਰਦੇ ਹਾਂ ਯਥਾਰਥਵਾਦੀ ਰੁਚੀ ਹੁੰਦੀ ਆ ਉਹਦੇ ਵਿੱਚ ਵਰਤਮਾਨ ਦੀ ਕਹਿ ਲਓ ਜੀ, ਵਰਤਮਾਨ ਦੀ ਗੱਲ ਕਰਦਾ ਆਧੁਨਿਕ ਸਮਾਂ ਹੀ ਹੋਏਗਾ ਸੀ। ਠੀਕ ਹੈ। ਤਾਂ ਆਧੁਨਿਕ ਸਮੇਂ ਦੇ ਵਿੱਚ ਆਧੁਨਿਕ ਸੰਵੇਦਨਾ ਦੀ ਗੱਲ ਹੁੰਦੀ ਹੈ। ਇਹਦਾ ਵੀ ਆਨਸਰ ਸਹੀ ਬਣ ਜਾਂਦਾ ਜੀ। 27 ਨੰਬਰ ਸਵਾਲ ਦੀ ਆਪਾਂ ਗੱਲ ਕਰੀਏ ਤਾਂ ਉਹਦੇ ਵਿੱਚ CRFA ਵਿੱਚ ਲਿਖੀਆਂ ਕਹਿ ਲਓ ਜੀ ਰਾਦੀ ਰਚਨਾਵਾਂ ਦਾ ਸਹੀ ਜੁੱਟ ਕਿਹੜਾ ਜੀ? CRFA ਦੇ ਬਾਰੇ ਸਾਰਿਆਂ ਨੂੰ ਨੌਲੇਜ ਹੋਏਗੀ ਜੀ। ਕਮੈਂਟ ਬਾਕਸ ਦੇ ਵਿੱਚ ਇਹਦਾ ਆਨਸਰ ਕਰਿਓ ਜੀ, ਫਿਰ ਆਪਾਂ ਉਹਦਾ ਸਹੀ ਆਨਸਰ ਦੱਸਦੇ ਹਾਂ। CRFA ਦੇ ਵਿੱਚ ਇਹਦਾ ਪੂਰਨ ਭਗਤ ਦੇ ਨਾਲ ਸੰਬੰਧ ਹੈ। ਕਾਦਰ ਯਾਰ ਤੁਹਾਨੂੰ ਬਹੁਤ ਵਾਰ ਦੱਸਿਆ ਗਾ ਕਿ ਜਦੋਂ ਕਿਤੇ ਕੋਈ ਜ਼ਿਆਦਾ ਡਿਟੇਲ ਦੇਣ ਲੱਗ ਜੇ ਆਪਸ਼ਨ ਦੇ ਵਿੱਚ, ਉਹਦਾ ਸਹੀ ਆਨਸਰ ਹੁੰਦਾ।
ਠੀਕ ਹੈ, ਤਾਂ ਉਹਨੂੰ ਸਮਝ ਲਿਆ ਕਰੋ। ਸਹੀ ਆਨਸਰ ਉਹਦਾ ਫਸਟ 'ਤੇ ਹੈ ਜੀ। ਠੀਕ ਹੈ, ਪੂਰਨ ਭਗਤ ਦੇ ਨਾਲ ਅਤੇ ਕਮਾਲ ਸੁਲਤਾਨ ਬਾਹੂ ਦੀ ਗੱਲ ਕੀਤੀ ਹੋਈ ਹੈ ਜੀ। ਕਲਾਮ ਉਹਨਾਂ ਦੇ ਹੈਗੇ ਨੇ, ਉਹਨਾਂ ਦੀ ਗੱਲ ਕੀਤੀ ਹੋਈ ਹੈ ਸੀ ਹਰਫੀ ਦੇ ਵਿੱਚ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਜੀ ਰਹੱਸਵਾਦੀ ਲਹਿਰ ਦੀ ਸਾਹਿਤਕ ਪ੍ਰਭਾਵ ਕਿਸ ਤਰ੍ਹਾਂ ਦਾ ਪਿਆ ਗਾ, ਉਸ ਦੀ ਗੱਲ ਕਰਦੇ ਹਾਂ। ਤਾਂ ਉਹਦੀ ਪਰਾਂ ਦ੍ਰਿਸ਼ਟੀ ਕਿਹੜੀ ਰਹੀ ਹੈ ਜੀ, ਵਿਸਮਾਦ ਵੀ ਰਿਹਾ ਜੀ, ਕਿਹੜੀ ਪਰਾਂ ਰੱਥੀ ਜੋ ਦ੍ਰਿਸ਼ਟੀ ਆ ਉਸ ਦੀ ਗੱਲ ਕੀਤੀ ਹੋਈ ਹੈ। ਉਹਦੇ ਵਿੱਚੋਂ ਜਾਂ ਬੌਧਿਕ ਵਿਗਿਆਨ ਦੀ ਗੱਲ ਕੀਤੀ ਹੋਈ ਹੈ, ਅਧਿਆਤਮਿਕ ਦੀ ਗੱਲ ਕੀਤੀ ਹੋਈ ਹੈ, ਜਾਂ ਮੌਤ ਦੀ ਚੇਤਨਾ ਦੀ ਗੱਲ ਕੀਤੀ ਹੋਈ ਹੈ। ਤੁਸੀਂ ਉਹਦਾ ਆਨਸਰ ਦੱਸਿਓ ਜੀ, ਕਿਹੜਾ ਆਨਸਰ ਸਹੀ ਹੈਗਾ। ਉਹਦਾ ਜੀ ਫਸਟ ਆਨਸਰ ਸਹੀ ਹੈ। ਕਹਿ ਲਓ ਜੀ ਬੋਧ ਦੇ ਨਾਲ, ਵਿਸਮਾਦ ਦੇ ਨਾਲ, ਠੀਕ ਹੈ, ਦ੍ਰਿਸ਼ਟੀ ਦੇ ਨਾਲ ਸੰਬੰਧਿਤ ਹੈ। 29 ਨੰਬਰ ਗੁੱਟ ਹੈ ਜੀ, ਉਹਦੇ ਵਿੱਚੋਂ ਸਹੀ ਦੱਸਣਾ ਜੀ। ਆਪਾਂ ਨੂੰ ਕੁਛ ਆਪਸ਼ਨ ਦਿੱਤੇ ਹੋਏ ਨੇ ਜੀ, ਤੁਸੀਂ ਧਿਆਨ ਨਾਲ ਇਹਦਾ ਆਨਸਰ ਦੇ ਦਿਓ ਜੀ। ਸਾਰਿਆਂ ਨੂੰ ਆਨਸਰ ਪਤਾ ਇਹਦੇ ਵਿੱਚੋਂ ਜੋ ਆਪਣੇ ਜੁੱਟ ਦਿੱਤੇ ਨੇ ਜੀ, ਪ੍ਰਯੋਗਵਾਦ ਵਾਲੇ ਕਿਹੜੇ, ਜੁਝਾਰਵਾਦ, ਇਹਨਾਂ ਵਿੱਚੋਂ ਕੋਈ ਨਾ ਕੋਈ ਗਲਤੀ ਹੋਏਗੀ। ਤਿੰਨਾਂ ਦੇ ਵਿੱਚ ਗਲਤੀ ਹੈ ਨਹੀਂ, ਕੋਈ ਨਾ ਕੋਈ ਉੱਧਰ ਵਾਲਾ ਉੱਧਰ ਕੀਤਾ ਹੋਏਗਾ, ਤਾਂ ਕਰਕੇ ਉਹ ਜਿਹੜਾ ਹੈਗਾ ਗਲਤ ਹੋ ਜਾਂਦਾ। ਅਤੇ ਜਿਹੜਾ ਇੱਕ ਸਹੀ ਹੈ ਜੀ, ਜਿਹਦੇ ਵਿੱਚ ਸਾਰੇ ਹੀ ਸਹੀ ਹੋਣਗੇ, ਉਹ ਤੁਸੀਂ ਆਨਸਰ ਕਰਨਾ ਜੀ ਕਮੈਂਟ ਕਰਕੇ 29 ਨੰਬਰ ਸਵਾਲ ਦੀ। ਤਾਂ ਇਹਦੇ ਵਿੱਚੋਂ ਜੀ ਸਾਰਿਆਂ ਨਾਲੋਂ ਪ੍ਰਯੋਗਵਾਦ ਦੀ ਆਪਾਂ ਗੱਲ ਕਰਦੇ ਹਾਂ, ਤਾਂ ਪ੍ਰਯੋਗਵਾਦ ਦੇ ਵਿੱਚ ਇਕੱਲੇ ਸਹੀ ਨੇ ਜੀ, ਬਾਕੀ ਸਾਰਿਆਂ ਨੂੰ ਧਿਆਨ ਨਾਲ ਦੇਖ ਲਿਓ ਜੀ ਤੁਸੀਂ। ਆਲੂ ਵਾਲੀਆ ਸਾਰਿਆਂ ਦੀ, ਕਮਲ ਵਰਗੇ, ਇਹ ਸਾਰੇ ਹੀ ਪ੍ਰਯੋਗਵਾਦੀ ਨੇ। ਇਹਨਾਂ ਵਿੱਚੋਂ ਜਾਂ ਰਮਾਸਵਾਦ ਦੀ ਆਪਾਂ ਗੱਲ ਕਰੀਏ ਤਾਂ ਇੱਧਰੋਂ ਹੋ ਜਾਂਦੇ ਨੇ ਜੀ ਦੋ ਜਾਣੇ, ਬਾਹੁਲਵੰਤ ਦਾ ਪ੍ਰਗਤੀਵਾਦ ਦੇ ਨਾਲ ਸੰਬੰਧਿਤ ਹੈ, ਤਾਂ ਕਰਕੇ ਇਹ ਗੁੱਟ ਗਲਤ ਹੋ ਜਾਂਦਾ। ਬਾਕੀਆਂ ਦੇ ਵਿੱਚ ਵੀ ਕੋਈ ਨਾ ਇਸੇ ਤਰੀਕੇ ਨਾਲ ਕੋਈ ਨਾ ਕੋਈ ਅਲੱਗ ਗੁੱਟ ਦਾ ਉਹਦੇ ਵਿੱਚ ਪਾਇਆ ਹੋਇਆ। 30 ਨੰਬਰ ਸਵਾਲ ਦੀ ਆਪਾਂ ਗੱਲ ਕਰੀਏ ਤਾਂ ਸਾਹਿਤ ਦੀ ਇਤਿਹਾਸਕਾਰੀ ਦੇ ਪ੍ਰਮਾਣਿਕ ਆਧਾਰ ਕੀ ਹੁੰਦੇ ਹੈ, ਦੱਸੋ ਜੀ। ਸਾਰਿਆਂ ਨੂੰ ਪਤਾ ਗਾ ਕੀ ਹੋ ਸਕਦੇ ਆ। ਪ੍ਰਵਿਰਤੀਆਂ, ਵਿਧਾ, ਸਰੋਤ, ਸਾਹਿਤਕ ਜੋ ਤੱਥ ਨੇ, ਪਹਿਲਾਂ ਵੀ ਆਪਾਂ ਕਰ ਚੁੱਕੇ ਹਾਂ ਇਹ ਸਵਾਲ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਜੀ ਕਥਨ, ਅਤੇ ਫਿਰ ਆ ਗਿਆ ਜੀ ਆਪਣੇ ਕੋਲ ਕਾਰਨ। ਇਹਨਾਂ ਵਿੱਚੋਂ ਕੀ ਸਹੀ ਹੈ ਕੀ ਗਲਤ, ਉਹਦੀ ਆਪਾਂ ਚਰਚਾ ਕਰਦੇ ਹਾਂ। ਕਥਨ ਸਹੀ ਹੈ, ਕਾਰਨ ਸਹੀ ਹੈ, ਕੀ ਕੁਛ ਹੈਗਾ ਉਸ ਦੀ ਆਪਾਂ ਗੱਲ ਕਰਦੇ ਹਾਂ ਜੀ। ਸਾਰੇ ਆਨਸਰ ਕਰਿਓ ਜੀ। ਫਸਟ ਸਾਹਿਤ ਦੀ ਇਤਿਹਾਸਕਾਰੀ ਦੀ ਨਾਲ ਸੰਬੰਧਿਤ ਹੈ ਜੀ। ਗੁਰਮਤਿ ਕਾਵਿ ਮੱਧਕਾਲੀਨ ਪੰਜਾਬੀ ਸਾਹਿਤ ਦੀ ਹੀ ਨਹੀਂ, ਸਗੋਂ ਸਮੁੱਚੇ ਭਾਰਤੀ ਸਾਹਿਤ ਅਤੇ ਸੱਭਿਆਚਾਰ ਦਾ ਗੌਰਵਮਈ ਕਹਿ ਲਓ ਜੀ ਗੌਰਵਮਈ ਵਿਰਾਸਤ ਹੈ। ਸਹੀ ਹੈ ਜੀ। ਮੱਧਕਾਲ ਦੀ ਵੀ ਪੂਰੇ ਗੱਲ ਕਰ ਲਗੇ ਜੀ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਜੀ ਅਗਲਾ, ਗੁਰਮਤਿ ਕਾਵਿ ਕਾਰਨ ਕੀ ਹੋ ਸਕਦਾ ਜੀ। ਪਰ ਗੁਰਮਤਿ ਕਾਵਿ ਧਾਰਾ ਦਾ ਸੰਬੰਧ ਭਗਤਾਂ ਦੀ ਸਿਰਜਣਾ ਬਾਣੀ ਨੂੰ ਹੋਰਨਾਂ ਭਾਸ਼ਾਵਾਂ ਦੇ ਸਾਹਿਤ ਇਤਿਹਾਸਕਾਰਾਂ ਵਿੱਚ ਇੰਨਾ ਹੀ ਸਨਮਾਨਯੋਗ ਸਥਾਨ ਪ੍ਰਾਪਤ ਨਹੀਂ ਹੋਇਆ ਜੀ। ਇਹ ਥੋੜ੍ਹਾ ਜਿਹਾ ਗਲਤ ਹੈ ਜੀ, ਥੋੜ੍ਹਾ ਜਿਹਾ ਸਹੀ ਹੈ। ਤਾਂ ਇਹਨੂੰ ਅੰਸ਼ਕ ਰੂਪ ਦੇ ਵਿੱਚ ਆਪਣੇ ਕੋਲ ਅੰਸ਼ਕ ਵਾਲਾ ਇੱਕ ਹੀ ਹੈਗਾ ਜੀ ਆਨਸਰ, ਤਾਂ ਇਹਦਾ ਫਸਟ ਇਹਦਾ ਸਹੀ ਆਨਸਰ ਬਣ ਜਾਏਗਾ। ਇਹ ਥੋੜ੍ਹਾ ਜਿਹਾ ਸਹੀ ਹੈ, ਥੋੜ੍ਹਾ ਜਿਹਾ ਗਲਤ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਜੀ 32 ਨੰਬਰ ਸਵਾਲ ਦੀ, ਤਾਂ ਮਿੱਥ ਦੇ ਤੱਤ ਕਿਹੜੇ ਕਿਹੜੇ ਹੁੰਦੇ ਨੇ ਜੀ, ਉਹਨਾਂ ਦੀ ਗੱਲ ਕਰਿਓ ਜੀ, ਆਨਸਰ ਕਰਿਓ। ਤਾਂ ਵਿਸ਼ਵਾਸਾਂ ਦੀ ਗੱਲ ਕੀਤੀ ਹੈ, ਨੈਤਿਕਤਾ ਦੀ, ਸਾਰੇ ਇਹਦੇ ਵਿੱਚ ਮੌਜੂਦ ਹੁੰਦੇ ਆ ਜੀ। ਇਸ ਦੀ ਆਪਾਂ ਗੱਲ ਕਰੀਏ ਤਾਂ ਸਾਰੇ ਹੀ ਤੱਤ ਇਹਦੇ ਵਿੱਚ ਸ਼ਾਮਲ ਹੁੰਦੇ ਨੇ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਜੀ ਬਲਾਦੀ ਮੀਰ ਦੀ, ਤਾਂ ਉਹਦੇ ਵਿੱਚ ਲੋਕ ਕਥਾ ਰੂਪ ਦਾ ਕਿਹੜਾ ਵਿਸ਼ਲੇਸ਼ਣ ਕੀਤਾ ਗਿਆ ਜੀ, ਉਹ ਦੱਸਿਓ ਜੀ। ਉਹਦੀ ਪਰੰਪਰਾ ਦੇ ਵਿੱਚ ਕਿਹੜੇ ਕਿਹੜੇ ਰੂਪ ਦਾ ਵਰਣਨ ਕੀਤਾ ਹੁੰਦਾ, ਸਾਰਿਆਂ ਨੂੰ ਪਤਾ ਹੈਗਾ ਗਾ, ਤਾਂ ਕਮੈਂਟ ਕਰਿਓ ਜੀ। ਇਹਦੇ ਵਿੱਚ ਪਰੀ ਕਥਾਵਾਂ ਦੀ ਗੱਲ ਕੀਤੀ ਗਈ ਹੈ ਜੀ। ਲੋਕ ਧਰਮ ਦੇ ਜਨਮ ਦੇ ਮੁੱਖ ਆਧਾਰ ਕੀ ਹੈ ਜੀ। ਜਦੋਂ ਲੋਕ ਧਰਮ ਦੀ ਗੱਲ ਕੀਤੀ ਜਾਂਦੀ ਹੈ ਤਾਂ ਉਸ ਦਿਨ ਵੀ ਆਨਸਰ ਦੱਸਿਆ ਸੀ ਕਿਸ ਤਰ੍ਹਾਂ ਤੁਸੀਂ ਲਾ ਸਕਦੇ ਹੋ ਇਹਦਾ ਆਨਸਰ, ਤਾਂ ਕਿ ਮੁੱਖ ਆਧਾਰ ਕੀ ਹੁੰਦਾ ਜੀ, ਦੱਸਿਓ ਕਰਾ ਸਾਰੇ ਕਮੈਂਟ ਬਾਕਸ ਦੇ ਵਿੱਚ। ਤਾਂ ਇਹਦੇ ਵਿੱਚ ਮਨੁੱਖ ਦੇ ਕਹਿ ਲਓ ਜੀ ਅਸੁਰੱਖਿਅਤ ਅਤੇ ਡਰ ਦੀ ਜੋ ਮਨੋ ਸਥਿਤੀ ਆ ਉਹਨੂੰ ਬਿਆਨ ਕੀਤਾ ਜੀ। ਧਰਮ ਕਿਸੇ ਚੀਜ਼ ਦੇ ਡਰ, ਸੱਭਿਆਚਾਰ ਦੇ ਨਾਲ, ਦੂਜੀਆਂ ਚੀਜ਼ਾਂ ਦੇ ਨਾਲ ਨਹੀਂ ਸੰਬੰਧ ਰੱਖਦਾ। ਉਹ ਮਨੁੱਖ ਦੀ ਡਰ ਅਤੇ ਉਹਦੀ ਕਹਿ ਲਓ ਜਦੋਂ ਸੁਰੱਖਿਅਤ ਫੀਲ ਨਹੀਂ ਕਰਦਾ ਉਦੋਂ ਧਰਮ ਵੱਲ ਜਾਂਦਾ। ਉਸ ਤਰ੍ਹਾਂ ਦੀ ਬਾਤ ਲੋਕ ਧਰਮ ਦੇ ਵਿੱਚ ਕੀਤੀ ਹੋਈ ਹੈ। ਲੋਕ ਜਾਨ
ਦੀ ਆਪਾਂ ਗੱਲ ਕਰੀਏ ਕੀ ਹੈ। ਲੋਕ ਜਾਣ ਦੇ ਬਾਰੇ ਸਾਰਿਆਂ ਨੂੰ ਪਤਾ ਹੈਗਾ, ਕਮੈਂਟ ਬਾਕਸ ਦੇ ਵਿੱਚ ਦੱਸਿਓ ਜੀ। ਇਹ ਹੈਗਾ ਜੀ ਮਨੁੱਖ ਦੇ ਜੋ ਸਮੂਹ ਨੇ ਜੀ ਦੇ ਸੱਭਿਆਚਾਰਕ ਇਤਿਹਾਸ ਦਾ ਦਰਪਣ ਹੈ ਸੀ ਆਪਾਂ ਨੂੰ ਕਰਾਉਂਦਾ। ਉਸ ਤੋਂ ਬਾਅਦ ਫਿਰ ਆਪਣੇ ਕੋਲ ਜੀ ਸੂਚੀਆਂ ਨੇ ਜੀ, ਤੁਸੀਂ ਰਾਈਟਰ ਨੇ ਦਿੱਤੇ ਹੋਏ, ਉਹਨਾਂ ਦਾ ਤੁਸੀਂ ਮੈਚ ਕਰ ਸਕਦੇ ਹੋ। ਚੰਗੀ ਤਰ੍ਹਾਂ ਤੁਸੀਂ ਜਾਣਦੇ ਹੋਵੋਗੇ ਕਿਹੜੇ ਦੀ ਰਚਨਾ ਕਿਹੜੀ ਹੈ, ਤਾਂ ਇਹਦੇ ਵਿੱਚ ਜ਼ਿਆਦਾ ਧਿਆਨ ਨਾ ਦੇ ਕੇ ਜੀ ਜਲਦੀ ਕਰਨ ਦੀ ਕੋਸ਼ਿਸ਼ ਕਰਾਂਗਾ। ਤਾਂ ਇਹ ਸਿਰਫ ਫਸਟ ਦਾ ਡੀ ਹੋਏਗਾ, ਸੈਕੰਡ ਦਾ ਏ। ਤਾਂ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਤੇ ਇਹ ਇਹਨਾਂ ਦੀ ਰਚਨਾ ਹੈਗੀ ਐਲਨ ਦੀ, ਠੀਕ ਹੈ, ਦ ਸਟੱਡੀ ਆਫ ਫੋਕਲਰ। ਤਾਂ ਸਾਰਿਆਂ ਨੂੰ ਪਤਾ ਹੀ ਹੈ, ਇਹਦੇ ਬਾਰੇ ਕਾਫੀ ਚਰਚਾ ਹੁੰਦੀ ਹੈ। ਤਾਂ ਲਾਸਟ ਆਪਣਾ ਆਪਸ਼ਨ ਰਹਿ ਗਿਆ ਜੀ, ਲਾਸਟ ਦਾ ਥਰਡ। ਇਹ ਇਹਦੇ ਆਪਸ਼ਨ ਨੇ ਜੀ। ਤਾਂ ਇਹਦੇ ਵਿੱਚੋਂ ਆਪਾਂ ਦੇਖੀਏ ਤਾਂ ਇਹ ਫਸਟ ਦਾ ਫੋਰਥ ਅਤੇ ਲਾਸਟ ਦਾ ਥਰਡ ਸੀ ਆਪਸ਼ਨ ਬਣਦਾ ਇਹਦਾ। 37 ਨੰਬਰ ਸਵਾਲ ਦੀ ਆਪਾਂ ਗੱਲ ਕਰੀਏ ਤਾਂ ਇਹਦੇ ਵਿੱਚੋਂ ਬਿਰਤਾਂਤਕ ਲੋਕ ਜੋ ਕਾਵਿ ਰੂਪਾਂ ਦਾ ਸਹੀ ਗੁੱਟ ਕਿਹੜਾ ਜੀ। ਤੁਸੀਂ ਧਿਆਨ ਨਾਲ ਦੇਖ ਕੇ ਆਨਸਰ ਕਰਿਓ ਜੀ। ਸਾਰਿਆਂ ਨੂੰ ਪਤਾ ਇਹਦੇ ਬਾਰੇ ਨੌਲੇਜ ਕਾਫੀ ਹੈ, ਪੜ੍ਹਿਆ ਹੋਇਆ ਹੈਗਾ। ਤਾਂ ਇਹਦੇ ਵਿੱਚੋਂ ਸਹੀ ਆਨਸਰ ਡੀ ਹੈ ਜੀ, ਘੋੜੀ ਦੇ ਬਾਰੇ ਹੈ ਜੀ। ਘੋੜੀ ਆਪਾਂ ਗੱਲ ਕਰੀਏ ਜੀ ਸੰਦ ਦੀ, ਢੋਲਾ ਦੀ, ਬਾਰਾਂਮਾਹ ਦੀ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਜੀ ਲੋਕ ਸਾਹਿਤ ਰੂਪਾਂ ਦਾ ਸਹੀ ਗੁੱਟ ਕਿਹੜਾ ਜੀ। ਲੋਕ ਸਾਹਿਤ ਦੇ ਜੋ ਰੂਪ ਨੇ ਉਹਨਾਂ ਦੀ ਗੱਲ ਕੀਤੀ ਹੋਈ ਹੈ, ਤਾਂ ਉਹਨਾਂ ਦਾ ਸਹੀ ਰੂਪ ਕਿਹੜਾ ਗਾ। ਗਾਥਾ, ਸੂਰਮ ਗਤੀ ਦੀ ਗੱਲ ਕੀਤੀ ਹੋਈ ਹੈ। ਸੂਰਮ ਜੋ ਗਤੀ ਦੀ ਗੱਲ ਕਰਦੇ ਆ, ਗੀਤ ਗਾਉਂਦੇ ਨੇ, ਲੋਰੀਆਂ ਨੇ, ਠੀਕ ਹੈ, ਇਹ ਇਹਦੇ ਵਿੱਚ ਵੇਖਣ ਨੂੰ ਮਿਲਦਾ ਜੀ। ਟੈਬੂ ਦਾ ਸੰਕਲਪ ਕੀ ਹੁੰਦਾ ਜੀ, ਸਾਰਿਆਂ ਨੂੰ ਪਤਾ ਹੈਗਾ ਤਕਰੀਬਨ। ਇਹ ਟੈਬੂ ਦਾ ਮਤਲਬ ਮਨਾਹੀ ਦੇ ਨਾਲ ਸੰਬੰਧਿਤ ਹੈ ਜੀ, ਠੀਕ ਹੈ। 40 ਨੰਬਰ ਸਵਾਲ ਦੀ ਆਪਾਂ ਗੱਲ ਕਰੀਏ ਜੀ ਲੋਕ ਸਾਹਿਤ ਦੇ ਜੋ ਪਰਿਭਾਸ਼ਾ ਦੇ ਮੁੱਖ ਲੱਛਣ ਕੀ ਹੋ ਸਕਦੇ ਆ ਜੀ, ਉਹ ਦੱਸਿਓ ਜੀ ਕਮੈਂਟ ਬਾਕਸ ਵਿੱਚ। ਸਾਰਿਆਂ ਨੂੰ ਪਤਾ ਨਹੀਂ। ਤਾਂ ਇਹ ਲੋਕ ਸਾਹਿਤ ਹੈ। ਲੋਕ ਸਾਹਿਤ ਦੀ ਕੋਈ ਆਪਾਂ ਗੱਲ ਕਰਦੇ ਹਾਂ, ਲਿਖਤੀ ਮੁੱਖ ਕੀ ਹੁੰਦਾ ਜੀ। ਇਹ ਸੰਜਮ ਹੁੰਦਾ ਜੀ, ਸੂਖਮਤਾ, ਸਮੂਹ ਦੀ ਗੱਲ ਕੀਤੀ ਗਈ ਹੈ। ਸਾਰੇ ਸਮੂਹਾਂ ਦਾ ਹੁੰਦਾ ਜੀ। ਲੋਕ ਦੀ ਜਦੋਂ ਸ਼ਬਦ ਹੀ ਆ ਗਿਆ ਉਸ ਦੀ ਗੱਲ ਵੇਖਣ ਨੂੰ ਮਿਲਦੀ ਆ। ਲੋਕ ਗਾਥਾ ਵਾਲਾ 41 ਨੰਬਰ ਸਵਾਲ ਦੀ ਆਪਾਂ ਗੱਲ ਕਰੀਏ। ਲੋਕ ਗਾਥਾ 'ਤੇ ਆਧਾਰਿਤ ਪੰਜਾਬੀ ਰਚਨਾਵਾਂ ਦਾ ਸਹੀ ਗੁੱਟ ਕਿਹੜਾ ਜੀ। ਸਾਰਿਆਂ ਨੂੰ ਪਤਾ ਜੀ। ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸਿਓ ਜੀ ਕਿਹੜੀਆਂ ਲੋਕ ਜੋ ਗਾਥਾ ਨੇ ਉਹ ਕਿਹੜੀਆਂ ਨੇ, ਪੰਜਾਬੀ ਦੇ ਵਿੱਚ ਸਹੀ ਗੁੱਟ ਕਿਹੜਾ ਹੈਗਾ। ਤਾਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਜੀ। ਸੀ ਇਹਦਾ ਸਹੀ ਆਨਸਰ ਹੈ ਜੀ। ਤਾਂ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਜੀ ਸਾਹਿਤ ਦੀ ਇਤਿਹਾਸਕਾਰੀ ਅਤੇ ਇਤਿਹਾਸਕਾਰੀ ਸਮੀਖਿਆ ਦੇ ਨਾਲ ਸੰਬੰਧਿਤ ਖੇਤਰ ਕਿਹੜੇ ਆ ਜੀ। ਉਹਦਾ ਖੇਤਰ ਹੈਗਾ ਜੀ ਵਿਸ਼ੇਸ਼ਣ ਨਾਲ ਨਹੀਂ ਹੁੰਦਾ ਜੀ। ਉਹਦਾ ਸੰਬੰਧਿਤ ਮਹੱਤਤਾ, ਸਮਾਜ, ਸੱਭਿਆਚਾਰਕ ਪ੍ਰਪੇਖ ਦੀ ਗੱਲ ਕੀਤੀ ਜਾਂ ਮੁਲਾਂਕਣ ਕੀਤਾ ਜਾਂਦਾ ਗਾ, ਇਸ ਦੀ ਗੱਲ ਕੀਤੀ ਜਾਂਦੀ ਹੈ ਇਹਦੇ ਵਿੱਚ। ਇਹਦਾ ਵੀ ਸਹੀ ਆਨਸਰ ਹੋਏਗਾ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਜੀ 43 ਨੰਬਰ ਸਵਾਲ ਦੀ, ਤਾਂ ਉਸ ਦੇ ਵਿੱਚ ਫਿਰ ਆਪਣੇ ਕੋਲ ਕਥਨ ਮੌਜੂਦ ਹੈ ਅਤੇ ਕਾਰਨ ਮੌਜੂਦ ਹੈ। ਤਾਂ ਉਹਦਾ ਸਹੀ ਆਨਸਰ ਕਿਹੜਾ ਹੋ ਸਕੇਗਾ ਜੀ, ਉਹਦੀ ਆਪਾਂ ਗੱਲ ਕਰਦੇ ਹਾਂ। ਤਾਂ ਉਸਦੇ ਫਸਟ ਸਾਹਿਤ ਦੇ ਕਹਿ ਲਓ ਜੀ ਵਿਹਾਰਕ ਅਧਿਐਨ ਦਾ ਮਨੋਰਥ ਨਿਰਧਾਰਤ ਕਰਨਾ ਮੁਸ਼ਕਿਲ ਨਹੀਂ ਹੈ, ਕਿਉਂਕਿ ਇਸ ਦਾ ਮੁੱਖ ਮੰਤਵ ਰਚਨਾ ਦੀ ਜੋ ਕਹਿ ਲਓ ਜੀ ਸਰਵਾਂਗੀ ਵਿਆਖਿਆ ਕਰਨੀ ਹੁੰਦੀ ਹੈ। ਸਹੀ ਹੈ ਜੀ। ਪਰ ਜੇ ਉਪਰੋਕਤ ਆਧਾਰ 'ਤੇ ਉੱਪਰ 'ਤੇ ਚੱਲਦੇ ਹਾਂ ਤਾਂ ਵਿਹਾਰਕ ਆਲੋਚਨਾ ਦੀ ਸੀਮਾ ਰੇਖਾ ਨਿਰਧਾਰਤ ਕਰਨੀ ਜਟਲ ਹੋ ਜਾਂਦੀ ਹੈ ਅਤੇ ਸੰਭਵ ਵੀ। ਇਹ ਕੁਛ ਹੱਦ ਤੱਕ ਆਪਾਂ ਨੂੰ ਸਹੀ ਲੱਗਦਾ ਅਤੇ ਕੁਛ ਦੇ ਵਿੱਚ ਗਲਤ ਲੱਗਦਾ। ਅੰਸ਼ਕ ਦੀ ਗੱਲ ਕੀਤੀ ਹੋਈ ਹੈ, ਪਹਿਲਾ ਸਹੀ ਹੈ। ਤਾਂ ਆਪਸ਼ਨ ਦੇ ਵਿੱਚ ਦੇਖਿਓ ਜੀ ਸਹੀ ਫਸਟ, ਤਾਂ ਇਹਦਾ ਬੀ ਆਨਸਰ ਉਹ ਬਣ ਜਾਏਗਾ। ਪੰਜਾਬੀ ਖੋਜ ਪ੍ਰਬੰਧ ਲਿਖਣ ਦੇ ਲਈ ਕਿਹੜੀ ਸਟਾਈਲ ਸ਼ੀਟ ਦੀ ਵਰਤੋਂ ਕੀਤੀ ਜਾਂਦੀ ਹੈ। ਸਾਰੇ ਦੱਸੋ ਜੀ ਕਮੈਂਟ ਬਾਕਸ ਦੇ ਵਿੱਚ। ਸਾਰਿਆਂ ਨੂੰ ਪਤਾ ਹੋਏਗਾ, ਠੀਕ ਹੈ ਜੀ। ਬੀ ਇਹਦਾ ਸਹੀ ਆਨਸਰ ਹੈ MLA, ਠੀਕ ਹੈ। ਤਾਂ ਉਹਦਾ ਤੁਸੀਂ ਕੋਸ਼ਿਸ਼ ਕਰਿਓ ਸਹੀ ਜੋ ਆਨਸਰ ਹੈ ਪਹਿਲਾਂ ਲਿਖ ਦੇਣਾ ਪਾਊਜ਼ ਕਰਕੇ। 45 ਨੰਬਰ ਸਵਾਲ ਦੀ ਆਪਾਂ ਗੱਲ ਕਰੀਏ ਤਾਂ ਇਸ ਦੇ ਵਿੱਚ ਪੰਜਾਬੀ ਖੋਜ ਦੇ ਨਾਲ ਸੰਬੰਧਿਤ ਰਸਾਲਿਆਂ ਦਾ ਜੁੱਟ ਕਿਹੜਾ ਜੀ। ਖੋਜ ਦੀ ਗੱਲ ਕੀਤੀ ਹੋਈ ਹੈ ਜੀ, ਤਾਂ ਉਹਦੇ ਵਿੱਚੋਂ ਦੱਸਿਓ ਜੀ। ਵੀ ਇਹਦਾ ਸਹੀ ਆਨਸਰ ਹੈ ਜੀ ਪਰਖ, ਖੋਜ, ਦਰਪਣ, ਆਲੋਚਨਾ, ਇਹ ਇਹਦੇ ਨਾਲ ਸੰਬੰਧਿਤ ਨੇ ਜੀ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਜੀ ਅਗਲਾ, ਫਿਰ ਉਸੇ ਤਰ੍ਹਾਂ ਹੀ ਆਪਾਂ ਨੂੰ
ਮਾਰਕਸਵਾਦੀ ਆਲੋਚਨਾ ਦੇ ਗੁੱਟ ਦਿੱਤੇ ਹੋਏ ਨੇ, ਚੇਨ ਵਿਗਿਆਨ ਵਾਲਿਆਂ ਦੇ ਸਾਰਿਆਂ ਦੇ ਵੀ। ਇਹਨਾਂ 'ਚੋਂ ਸਹੀ ਜੋ ਨੇ ਜੀ ਗੁੱਟ, ਉਹ ਆਪਾਂ ਉਸ ਦੀ ਆਪਾਂ ਗੱਲ ਕਰਨੀ ਹੈ ਜਿਹਦੇ ਵਿੱਚੋਂ ਸਾਰੇ ਹੀ ਸਹੀ ਹੋਣ। ਤਾਂ ਧਿਆਨ ਨਾਲ ਤੁਸੀਂ ਕਮੈਂਟ ਵੀਡੀਓ ਨੂੰ ਪੌਜ਼ ਕਰ ਲਓ ਜੀ, ਉਹਦਾ ਆਨਸਰ ਤੁਸੀਂ ਫਿਰ ਦੇ ਦਿਓ ਤਾਂ ਸਹੀ ਆਨਸਰ ਮਿਲ ਜਾਏਗਾ ਤੁਹਾਨੂੰ ਚੰਗੀ ਤਰ੍ਹਾਂ। ਤਾਂ ਇਹਦੇ ਵਿੱਚੋਂ ਚੰਗੀ ਤਰ੍ਹਾਂ ਦੇਖ ਕੇ ਆਨਸਰ ਦੇਣਾ ਹੈ ਜੀ ਉਹਦੇ ਵਿੱਚੋਂ। ਤਾਂ 46 ਨੰਬਰ ਸਵਾਲ ਹੈ ਜੀ ਆਪਣਾ। ਤਾਂ ਇਹਦਾ ਆਨਸਰ ਕੀ ਹੋਏਗਾ ਜੀ ਵੀ ਇਹਦੇ ਵਿੱਚ ਸਾਰੇ ਹੀ ਚੇਨ ਵਿਗਿਆਨ ਦੇ ਨੇ, ਬਾਕੀਆਂ ਦੇ ਵਿੱਚ ਕੋਈ ਨਾ ਕੋਈ ਉਹਨਾਂ ਵਿੱਚੋਂ ਦੂਸਰਾ ਲਿਆ ਹੋਇਆ ਗਾ। ਖੇਤਰੀ ਖੋਜ ਵਿਧੀ ਦੇ ਮੁੱਖ ਸੰਦ ਕਿਹੜੇ ਨੇ ਜੀ? ਖੇਤਰੀ ਪ੍ਰਸ਼ਨਾਵਲੀ, ਟੇਪ ਰਿਕਾਰਡ ਹੋ ਸਕਦਾ ਹੈ, ਸੂਚਕ ਮੁਲਾਕਾਤ। ਇਹ ਖੇਤਰੀ ਖੋਜ ਦੇ ਵਿੱਚ ਕੰਮ ਆਉਂਦੇ ਨੇ ਜੀ ਆਪਾਂ ਨੂੰ। ਇੱਕ ਪੈਰਾ ਦਿੱਤਾ ਹੋਇਆ ਜੀ, ਤਾਂ ਪੈਰਾ ਨੂੰ ਤੁਸੀਂ ਚੰਗੀ ਤਰ੍ਹਾਂ ਪੜ੍ਹ ਲਓ, ਠੀਕ ਹੈ। ਤਾਂ ਫਿਰ ਪੈਰੇ ਦਾ ਥੀਮ ਦੱਸਿਓ ਜੀ ਕੀ ਹੈ। ਪੌਜ਼ ਕਰ ਲਓ ਵੀਡੀਓ, ਚੰਗੀ ਤਰ੍ਹਾਂ ਪੜ੍ਹ ਲਓ ਤਾਂ ਫਿਰ ਉਹਦਾ ਥੀਮ ਦੱਸ ਦੇਣਾ ਜੀ ਕੀ ਹੈ। ਪੈਰੇ ਦਾ ਥੀਮ ਦੱਸਣਾ ਜੀ ਫਸਟ 'ਤੇ ਪੰਜਾਬੀ ਕਿੱਸਾ ਕਾਵਿ ਦੀ ਹੋਂਦ ਦਾ ਸਰੂਪ ਹੈ ਜੀ, ਜਾਂ ਉਹਦੀ ਕਥਾਨਕ ਯੁਕਤਾਂ ਨੇ, ਵਿਸ਼ੇਸ਼ਤਾ ਨੇ, ਉਹਦਾ ਸਰੂਪ ਦੀ ਗੱਲ ਕੀਤੀ ਹੋਈ ਹੈ ਜੀ। ਉਸ ਤੋਂ ਬਾਅਦ ਅਗਲਾ ਸਵਾਲ ਪੈਰੇ ਦੇ ਵਿੱਚੋਂ ਹੀ ਹੈ, ਪੰਜਾਬੀ ਕਿੱਸਾ ਕਾਵਿ ਕਿਸ ਸਾਹਿਤ ਪਰੰਪਰਾ ਦਾ ਆਦਿ ਬਿੰਦੂ ਹੈ ਜੀ। ਪੈਰੇ ਨੂੰ ਚੰਗੀ ਤਰ੍ਹਾਂ ਪੜ੍ਹ ਲੈਣਾ ਜੀ। ਇਹਦਾ ਸਹੀ ਆਨਸਰ ਹੈ ਜੋ ਤੁਹਾਨੂੰ ਆਨਸਰ ਮਿਲੇਗਾ ਉਹ ਚੰਗੀ ਤਰ੍ਹਾਂ ਮਿਲ ਜਾਏਗਾ। ਗਲਪ ਅਤੇ ਦੁਖਾਂਤ ਦੇ ਨਾਲ ਸੰਬੰਧਿਤ ਹੈ। ਲਾਸਟ ਸਵਾਲ ਹੈ ਜੀ, ਪੈਰੇ ਨੂੰ ਪੜ੍ਹ ਕੇ ਤੁਹਾਨੂੰ ਮਿਲ ਜਾਏਗਾ ਜੋ ਕਿੱਸਾ ਕਾਵਿ ਦੇ ਹਰਮਨ ਪਿਆਰਾ ਹੋਣ ਦਾ ਕਾਰਨ ਦੱਸਿਆ ਗਿਆ ਜੀ। ਕੀ ਕਾਰਨ ਹੈਗਾ ਦੱਸਿਓ ਜੀ ਕਮੈਂਟ ਬਾਕਸ ਦੇ ਵਿੱਚ। ਪੈਰੇ ਨੂੰ ਪੜ੍ਹ ਕੇ ਚੰਗੀ ਤਰ੍ਹਾਂ। ਉਹਦਾ ਸਰਲ ਬੋਧ ਹੈ, ਠੀਕ ਹੈ ਜੀ, ਭਾਸ਼ਾ ਦੀ ਕਥਾਨਕ ਸ਼ੈਲੀ, ਰੋਮਾਂਸ ਆਦਿ। ਇਹ ਆਪਣਾ ਅੱਜ ਦਾ ਕੁਛ ਕੁਐਸਚਨ ਸੀ ਜੀ ਜਿਨ੍ਹਾਂ ਬਾਰੇ ਚਰਚਾ ਕੀਤੀ ਗਈ ਸੀ। ਉਮੀਦ ਕਰਦਾ ਸਾਰਿਆਂ ਨੂੰ ਪਸੰਦ ਆਏ ਹੋਣਗੇ ਸਾਰੇ ਜਾਣੇ ਜੀ। ਮੈਂ ਇਹੀ ਉਮੀਦ ਕਰਦਾ ਕਿ ਨੈੱਟ ਦੀ ਵਧੀਆ ਤਿਆਰੀ ਕਰੋ। ਤਾਂ ਇਹਦੇ ਲਈ ਵੀਡੀਓ ਨੂੰ ਦੇਖਦੇ ਰਹੋ ਜੀ, ਜਾਂ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਆਪਦੇ ਦੋਸਤਾਂ ਦੇ ਨਾਲ ਸ਼ੇਅਰ ਕਰ ਸਕਦੇ ਹੋ, ਅਤੇ ਨਾਲ ਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ, ਜਿਸ ਦੇ ਨਾਲ ਜਦੋਂ ਵੀ ਵੀਡੀਓ ਅਪਡੇਟ ਕਰਦੇ ਹਾਂ ਤਾਂ ਤੁਹਾਡੇ ਤੱਕ ਪਹੁੰਚਦੀ ਰਹੇ। ਧੰਨਵਾਦ ਜੀ।